KRPA 11 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 6 ਅਪ੍ਰੈਲ 2022 ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ, ਮੰਡੇ ਟੂ ਫਰਾਈਡੇ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵੈਸੇ ਨਾ ਜਦੋਂ ਕਿਸੇ ਬੰਦੇ ਤੋਂ ਗਲਤੀ ਹੋਵੇ ਜਾਂ ਫਿਰ ਕਿਸੇ ਬੰਦੇ ਨੇ ਮਾਫੀ ਮੰਗਣੀ ਹੋਵੇ, ਉਹਨੂੰ ਅਹਿਸਾਸ ਹੋਵੇ ਕਿ ਮੈਂ ਗਲਤ ਹਾਂ, ਬੰਦੇ ਨੇ ਕਿਹਾ ਹੋਵੇ ਕਿ ਮੈਨੂੰ ਬਹੁਤ ਦੁੱਖ ਤਕਲੀਫ ਆ, ਵੀ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਹੋ ਗਿਆ, ਤਾਂ ਉਹ ਬੰਦਾ ਜਿਹੜੇ ਪੀੜਤ ਹੁੰਦੇ ਆ, ਵਿਕਟਮਸ ਹੁੰਦੇ ਆ, ਉਹਨਾਂ ਤੋਂ ਮਾਫੀ ਮੰਗਣ ਨੂੰ ਆਪ ਜਾਂਦਾ ਹੁੰਦਾ, ਕਿਉਂਕਿ ਅੰਦਰ ਤੋਂ ਉਹਨੇ ਦਰਦ ਮਹਿਸੂਸ ਕੀਤਾ ਹੁੰਦਾ ਚੀਜ਼ਾਂ ਦਾ। ਪਰ ਹੁਣ ਇੱਕ ਬਹੁਤ ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ, ਇਹ ਉਲਟਾ ਹੀ ਹੋ ਗਿਆ ਜੀ। ਮੌਂਟਰੀਅਲ ਦੇ ਜਿਹੜੇ ਨੇਟਿਵ ਲੀਡਰਸ ਹੈਗੇ ਨੇ ਨਾ, ਇੰਡੀਜੀਨਸ ਲੋਕ ਜਿਹੜੇ ਹੈਗੇ ਆ, ਉਹ ਮਾਫੀ ਮੰਗਣ ਲਈ ਪੋਪ ਦੇ ਘਰ ਗਏ, ਜਦੋਂ ਕਿ ਪੋਪ ਸ਼ਰਮਿੰਦਾ ਸੀਗਾ ਵੀ ਇੰਡੀਜੀਨਸ ਪੀਪਲ ਦੇ ਨਾਲ ਜੋ ਵੀ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਵਧੀਕੀਆਂ ਹੋਈਆਂ ਉਹਨਾਂ ਨੂੰ ਲੈ ਕੇ ਸ਼ਰਮਿੰਦਾ ਤਾਂ ਪੋਪ ਸੀ, ਪਰ ਉਹ ਉਹਦੇ ਘਰ ਗਏ ਤਾਂ ਕਿ ਪੋਪ ਉਹਨਾਂ ਤੋਂ ਮਾਫੀ ਮੰਗੇ। ਮੈਨੂੰ ਨਾ ਇਹ ਜਿਹੜੀ ਖਬਰ ਆ ਇਹਦੀ ਕੁਛ ਚੰਗੀ ਤਰ੍ਹਾਂ ਸਮਝ ਨਹੀਂ ਲੱਗ ਰਹੀ ਹੈਗੀ ਵੀ ਇਹ ਉਲਟਾ ਖਾਤੇ ਹੋ ਰਿਹਾ, ਸਾਰਾ ਕੁਛ ਉਲਟੀ ਗੰਗਾ ਵਹਿੰਦੀ ਹੁੰਦੀ ਹੈ ਜਿਵੇਂ। ਤੁਸੀਂ ਇਸ ਖਬਰ ਦੀ ਵਿਸਥਾਰ ਨਾਲ ਆਪਣੇ ਸਰੋਤਿਆਂ ਨੂੰ ਦੱਸੋ। ਮੌਂਟਰੀਅਲ ਦੇ ਵਿੱਚ ਇੱਕ ਨੇਟਿਵ ਸਪਿਰਿਚੁਅਲ ਲੀਡਰ ਨੇ, ਉਹਨਾਂ ਨੇ ਬੜੀ ਵਜਨਦਾਰ ਦਲੀਲ ਦਿੱਤੀ ਹੈ ਕਿ ਜੋ ਕੁਝ ਪਹਿਲੀ ਤਾਂ ਗੱਲ ਹੈ, ਗਲਤੀ ਹੋਣੀ ਇਹ ਕੋਈ ਛੋਟੀ ਗਲਤੀ ਨਹੀਂ ਹੈ, ਬਹੁਤ ਵੱਡੀ ਗਲਤੀ ਹੈ ਜੀ। ਤੁਸੀਂ ਬੱਚਿਆਂ ਨੂੰ ਖੋ ਕੇ ਪਹਿਲਾਂ ਤਾਂ ਲਿਆਉਂਦੇ ਸੀ। ਹਾਂਜੀ, ਉਹ ਬੱਚਿਆਂ ਨੂੰ ਦੇ ਨਹੀਂ ਬਈ ਤੁਸੀਂ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਚਲੇ ਜਾਓ, ਉਹਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਤੋਂ ਖੋ ਕੇ ਬੱਚੇ ਉਹਨਾਂ ਨੂੰ ਸਕੂਲਾਂ 'ਚ ਲਿਆਂਦਾ ਗਿਆ, ਜਿਸ ਸਕੂਲਾਂ ਦੇ ਵਿੱਚ ਕੁੱਟਿਆ ਮਾਰਿਆ ਗਿਆ, ਔਰ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪੇਰੈਂਟਸ ਨੂੰ ਦਿੱਤੀਆਂ। ਇੰਨਾ ਅਣਮਨੁੱਖੀ ਜਿਹੜਾ ਤਸ਼ੱਦਦ ਹੈਗਾ, ਤੁਸੀਂ ਆਪ ਦੱਸੋ ਵੀ ਕਦੇ ਸੁਣਨ ਨੂੰ ਮਿਲਦਾ ਜਿਹੜਾ ਇਹਨਾਂ ਸਕੂਲਾਂ ਦੇ ਵਿੱਚ ਹੋਇਆ। ਇਹ ਕੁਛ ਕਰਕੇ ਇਹਦੇ ਬਾਵਜੂਦ ਵੀ ਜਿਹੜੀ ਮਾਫੀ ਮੰਗੀ ਹੈ, ਹੁਣ ਉਹ ਬੰਦੇ ਨੇ ਇਹ ਕਿਹਾ ਕਿ ਨੇਟਿਵ ਲੋਕਾਂ ਨੂੰ ਉਹਦੇ ਪੋਪ ਦੇ ਕੋਲ ਜਾਣ ਦੀ ਕੀ ਲੋੜ ਸੀ। ਹਾਂਜੀ, ਇਹ ਪੋਪ ਨੂੰ ਇੱਥੇ ਆ ਕੇ ਮਾਫੀ ਮੰਗਦਾ, ਇਹ ਗੱਲ ਕਰਦਾ ਕਿ ਮੈਂ ਰਿਮੋਰਸ ਫੀਲ ਕਰਦਾ, ਪਹਿਲਾਂ ਜੋ ਕੁਝ ਹੋਇਆ ਨਹੀਂ ਸਾਡੇ ਲੀਡਰਸ ਨੇ ਕਿਹਾ, ਮੈਂ ਹੁਣ ਹੈੱਡ ਆ, ਮੈਂ ਵੈਟੀਕਨ ਦਾ ਹੈੱਡ ਹਾਂ, ਸਾਡੇ ਕੈਥੋਲਿਕ ਚਰਚ ਨੇ ਆਹ ਕੁਝ ਕੀਤਾ, ਸਾਡੇ ਧਰਮ ਦੇ ਵਿੱਚ ਸਾਨੂੰ ਸਿਖਾਇਆ ਗਿਆ ਅਸੀਂ ਵੀ ਆਰ ਦੀ ਸਾਈ ਆਫ ਦੀ ਅਪਰੈਸਡ, ਦੱਬਿਆਂ ਕੁਚਲਿਆਂ ਦੀ ਆਵਾਜ਼ ਆ ਸੀ, ਪਰ ਦੱਬਿਆਂ ਕੁਚਲਿਆਂ ਨੂੰ ਅਸੀਂ ਦੱਬ ਦਿੱਤਾ, ਦੱਬੇ ਕੁਚਲਿਆਂ ਦੀ ਤਾਂ ਆਵਾਜ਼ ਹੀ ਬੰਦ ਕਰ ਦਿੱਤੀ, ਉਹਨਾਂ ਦੀ ਆਵਾਜ਼ ਬੰਦ ਕਰਤੀ। ਤੇ ਇਹਦੇ ਵਿੱਚ ਵਜਨ ਇਹ ਗੱਲ ਹੈ ਕਿ ਉਹਨਾਂ ਨੂੰ ਜਿਹੜੇ ਬੰਦੇ ਨੱਠ ਕੇ ਜਾਂਦੇ ਆ, ਉੱਥੇ ਗਏ ਆ ਆਪਣੀ ਟੌਰ ਦਿਖਾਉਣ, ਲੀਡਰਸ ਆਪਣੇ ਆਪ ਨੂੰ ਕਹਾਉਂਦੇ ਆ, ਉਹਨਾਂ ਤੇ ਉਹਨੇ ਇੱਕ ਬੜਾ ਵੱਡਾ ਕੁਐਸਚਨ ਮਾਰਕ ਲਾਇਆ। ਹਾਂਜੀ, ਇਹਦੇ ਵਿੱਚ ਪਹਿਲਾਂ ਜਿਹੜੀ ਗੱਲ ਸ਼ੁਰੂ ਹੋਈ ਆ ਨਾ ਮਾਫੀਆਂ ਮੰਗਣ ਦੀ, ਇੱਥੇ ਉਹ ਸ਼ੁਰੂ ਹੋਈ ਜੈਪਨੀਜ਼ ਕੈਨੇਡੀਅਨਸ ਤੋਂ। ਉਹਨਾਂ ਨੇ ਅਮਰੀਕਾ ਤੇ ਕੈਨੇਡਾ ਦੇ ਵਿੱਚ, ਜਾਪਾਨ ਨੇ ਪਹਿਲਾਂ ਤਾਂ ਜਪਾਨ ਦੀ ਸਰਕਾਰ ਉਦੋਂ ਉਹਨਾਂ ਜ਼ਮਾਨਿਆਂ ਦੇ ਵਿੱਚ ਜਾਪਾਨ ਦੀ ਇਕਨੋਮੀ ਸਭ ਤੋਂ ਬੈਸਟ ਸੀ, ਉਹਨਾਂ ਨੇ ਜ਼ੋਰ ਪਾਇਆ ਤੇ ਜੈਪਨੀਜ਼ ਕੈਨੇਡੀਅਨ ਐਸੋਸੀਏਸ਼ਨ ਨੇ ਕਾਫੀ ਜ਼ੋਰ ਪਾਇਆ। ਤੇ ਪਹਿਲਾਂ ਤੇ ਪੀਅਰ ਐਲੀਅਟ ਟਰੂਡੋ, ਜਿਹੜੇ ਜਸਟਿਨ ਟਰੂਡੋ ਦੇ ਫਾਦਰ ਸਨ, ਉਹਨਾਂ ਨੂੰ ਪੁੱਛਿਆ ਜਦੋਂ, ਉਹਨਾਂ ਨੇ ਇੱਕ ਦਲੀਲ ਦਿੱਤੀ ਕਿ ਜਿਹੜੀਆਂ ਮਾਫੀਆਂ ਮੰਗਣ ਵਾਲੀ ਗੱਲ ਹੁੰਦੀ ਆ, ਇਹ ਤਾਂ ਐਵੇਂ ਸੁਪਰਫਿਸ਼ੀਅਲ ਗੱਲ ਹੈ ਕਿ ਤੁਸੀਂ 14ਵੀਂ ਸਦੀ 'ਚ ਕੀ ਹੋਇਆ, 15ਵੀਂ ਸਦੀ 'ਚ ਕੀ ਹੋਇਆ, 16ਵੀਂ 'ਚ, ਅਸੀਂ ਤਾਂ ਉਦੋਂ ਹੈ ਹੀ ਨਹੀਂ ਸੀ, ਉਸ ਵੇਲੇ ਅਸੀਂ ਤਾਂ ਗਲਤੀ ਕੀਤੀ ਨਹੀਂ, ਉਹਨਾਂ ਬਾਰੇ ਮਾਫੀ ਮੰਗਣਾ ਸਾਡੇ ਲਈ ਸੌਖਾ ਹੋਇਆ ਕੰਮ। ਔਰ ਜੇ ਉਹੀ ਕੁਛ ਅਸੀਂ ਅੱਜ ਵੀ ਕਰ ਰਹੇ ਹਾਂ, ਫਿਰ ਤਾਂ ਉਹ ਮਾਫੀ ਦਾ ਕੋਈ ਫਾਇਦਾ ਨਹੀਂ। ਹਾਂਜੀ, ਬਿਲਕੁਲ। ਮੈਨੂੰ ਇੱਕ ਪਿੰਡ 'ਚ ਦੀ ਗੱਲ ਯਾਦ ਆਉਂਦੀ ਹੈ। ਸਾਡੇ ਪਿੰਡ 'ਚ ਇੱਕ ਬੰਦਾ ਹੁੰਦਾ ਸੀ, ਸ਼ਰਾਬ ਪੀ ਕੇ ਰਾਤ ਨੂੰ ਉਹਨੇ ਹਰੇਕ ਨੂੰ ਗਾਲਾਂ ਕੱਢ ਕੇ ਆਉਣੀਆਂ, ਹਰੇਕ ਦੇ, ਮਤਲਬ ਹਰ ਇੱਕ ਬੰਦੇ ਨਾਲ ਲੜਦਾ ਹੁੰਦਾ ਸੀ। ਤੇ ਸਵੇਰ ਨੂੰ ਜਦੋਂ ਉੱਠਣਾ
ਤਾਂ ਉਹਨੇ ਹਰੇਕ ਦੇ ਘਰ ਦੇ ਜਾ ਕੇ ਚਾਚੀ ਮਾਫ ਕਰਨਾ, ਮੈਂ ਇਦਾਂ ਗੱਲ ਕਰ ਗਿਆ ਸੀ, ਚਾਚਾ ਇੱਥੇ ਬੈਠਾ ਸੀ, ਉਹਨੂੰ ਗਾਲ ਕੱਢ ਦਿੱਤੀ। ਮੇਰਾ ਖਿਆਲ ਉਹਦੇ ਬਾਅਦ ਦੁਪਹਿਰਾ ਆ ਜਾਂਦਾ ਸੀ ਮਾਫੀਆਂ ਮੰਗਦੇ ਨੂੰ, ਤੇ ਸ਼ਾਮ ਨੂੰ ਫਿਰ ਉਹੀ ਕੰਮ। ਬੰਦਾ ਉਹ ਬਦਲਿਆ ਨਹੀਂ। ਪੀਅਰ ਐਲੀਅਟ ਟਰੂਡੋ ਦੀ ਆਰਗੂਮੈਂਟ ਸੀ ਕਿ ਜੇ ਤੁਸੀਂ ਅੱਜ ਵੀ ਅਸੀਂ ਉਹੀ ਕੰਮ ਕਰਦੇ ਹੋਈਏ, ਉਹੀ ਤਸ਼ੱਦਦ ਕਰੀਏ, ਉਹੀ ਜ਼ਬਰ ਕਰੀਏ, ਫੇਰ ਤਾਂ ਸਾਨੂੰ ਫੜੋ। ਸਾਡਾ ਫਰਜ਼ ਇਹ ਬਣਦਾ ਹੈ ਕਿ ਅੱਜ ਜੇ ਕੋਈ ਤਸ਼ੱਦਦ ਕਰਦਾ, ਇਦਾਂ ਦੀਆਂ ਸੰਸਥਾਵਾਂ ਬਣਾਈਏ ਤਾਂ ਕਿ ਉਹ ਅਪੀਲ ਕਰ ਸਕਣ, ਦਲੀਲ ਦੇ ਸਕਣ। ਤੁਸੀਂ ਇੱਕ ਪਾਸੇ ਤਾਂ ਤਸ਼ੱਦਦ ਕਰਦੇ ਸੀ, ਦੂਜੇ ਪਾਸੇ ਨੇਟਿਵ ਲੋਕਾਂ ਨੂੰ ਲਾਇਰ ਨਹੀਂ ਬਣ ਦਿੰਦੇ ਸੀ, ਲਾਇਰ ਹਾਇਰ ਨਹੀਂ ਸੀ ਕਰਨ ਦਿੰਦੇ। ਦੇਖੋ ਕਿੰਨਾ ਵੱਡਾ ਜ਼ੁਲਮ ਹੈ, ਕਿੰਨਾ ਵੱਡਾ ਜ਼ੁਲਮ ਹੈ। ਦਲੀਲ ਵੀ ਤੁਸੀਂ ਪੇਸ਼ ਨਹੀਂ ਕਰ ਸਕਦੇ, ਤੁਸੀਂ ਆਪਣੇ ਹੱਕ ਦੀ ਗੱਲ ਵੀ ਨਹੀਂ ਕਰ ਸਕਦੇ। ਇੰਨਾ ਤੁਸੀਂ ਜ਼ੁਲਮ ਸਹਿਣਾ, ਅਤਿਆਚਾਰ ਸਹਿ ਰਹੇ ਹੋ। ਮਤਲਬ ਤੁਹਾਨੂੰ ਅਸੀਂ ਤੰਗ ਵੀ ਕਰਨਾ, ਤੁਸੀਂ ਰੋਣ ਵੀ ਨਹੀਂ ਦੇਣਾ ਤੁਹਾਨੂੰ। ਹਾਂਜੀ। ਔਰ ਉਹਨਾਂ ਨੇ ਕਿਹਾ ਕਿ ਮੈਂ ਚਾਰਟਰ ਆਫ ਰਾਈਟਸ ਐਂਡ ਫਰੀडम्स ਲੈ ਕੇ ਆਇਆ ਕੈਨੇਡੀਅਨ ਕਨਸਟੀਟਿਊਸ਼ਨ ਦੇ ਵਿੱਚ। ਜੇ ਕੋਈ ਵੀ ਸੈਗਮੈਂਟ, ਚਾਹੇ ਰੇਸ ਦੇ ਤੌਰ ਤੇ, ਕਲਰ ਦੇ ਤੌਰ ਤੇ, ਤੁਹਾਡੇ ਐਥਨੀਸਿਟੀ ਦਾ ਕਰਕੇ, ਜੈਂਡਰ ਦਾ ਕਰਕੇ, ਜੇ ਉਹਦੇ ਨਾਲ ਕੋਈ ਵੀ ਵਿਤਕਰਾ ਹੋਵੇ, ਤੁਸੀਂ ਕੋਰਟ ਦੇ ਵਿੱਚ ਜਾ ਸਕਦੇ ਹੋ। ਜਿੱਦਾਂ 1988 ਦੇ ਵਿੱਚ ਸਾਡੇ RCMP 'ਚ ਇੱਕ ਲੜਕੇ ਨੇ ਦਸਤਾਰ ਪਹਿਨ ਕੇ ਗਿਆ, ਉਹਨਾਂ ਨੇ ਕੇਸ ਜਿੱਤਿਆ ਬਿਕੋਜ਼ ਚਾਰਟਰ ਆਫ ਰਾਈਟਸ ਦੇ ਵਿੱਚ ਸਾਡੇ ਕੋਲ ਰਾਈਟ ਹੈ ਉਹ। ਹਾਂਜੀ। ਅੱਗੇ ਪਿੱਛੇ ਵਿਤਕਰਾ ਹੋਇਆ ਹੋਊਗਾ, ਪਰ ਹੁਣ ਨਹੀਂ ਉਹ ਹੋ ਸਕਦਾ। ਉਹਨਾਂ ਨੇ ਇਹ ਗੱਲ ਕੀਤੀ। ਉਹ ਕਹਿੰਦੇ ਕਿ ਇਸ ਕਰਕੇ ਮੈਂ ਮਾਫੀਆਂ ਦੇ ਵਿੱਚ ਯਕੀਨ ਨਹੀਂ ਕਰਦਾ। ਇਹ ਵੱਡੀ ਗੱਲ ਹੈ ਕਿ ਹੁਣ ਅਸੀਂ ਮਾਫੀ ਮੰਗ ਸਕਦੇ ਹਾਂ। ਮੈਨੂੰ ਕਹਿਣਗੇ ਤੁਹਾਡੇ 7 ਪੁਸ਼ਤਾਂ ਪਹਿਲਾਂ ਤੁਹਾਡੇ ਬਾਬੇ ਸਾਨੂੰ ਤੰਗ ਕਰਦੇ ਹੁੰਦੇ ਸੀ। ਹੁਣ ਮੈਂ ਕੀ ਕਰ ਸਕਦਾ? ਮੈਂ ਤਾਂ ਇਹ ਕਹਿ ਸਕਦਾ ਕਿ ਦੱਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਇਦਾਂ ਦਾ ਕੀਤਾ ਹੋਵੇ। ਮੈਂ ਤਾਂ ਹੁਣ ਉਹਨਾਂ ਲੋਕਾਂ ਦੇ ਨਾਲ ਕੰਮ ਕਰਦਾ ਆ ਜਿਹੜੇ ਤਸ਼ੱਦਦ ਦੇ ਖਿਲਾਫ ਗੱਲ ਕਰਦੇ ਆ। ਮੈਂ ਉਹ ਸੰਸਥਾਵਾਂ ਦੇ ਲਈ ਕੰਮ ਕਰਦਾ ਆ ਜਿਹੜੀਆਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੀਆਂ। ਜੇ ਇਹ ਗੱਲ ਤੁਸੀਂ ਆਪਣੀ ਲਾਈਫ ਦੇ ਵਿੱਚ ਕਰਦੇ ਆ, ਇਹੀ ਗੱਲ ਸਾਡੇ ਕਾਮਾਗਾਟਾ ਮਾਰੂ ਬਾਰੇ ਆਏ ਸੀ। ਹਾਂਜੀ। ਉਦੋਂ ਵੀ ਜਿਹੜੇ ਕਮਿਊਨਿਟੀ ਦੇ ਅਖੌਤੀ ਲੀਡਰ ਆ, ਇਹ ਹਾਊਸ ਆਫ ਕਾਮਨ 'ਚ ਨੱਠੇ ਜਾਂਦੇ ਹੁੰਦੇ ਸੀ। ਮੁਆਫੀ ਮੰਗੇ ਸਰਕਾਰ, ਮੁਆਫੀ ਮੰਗੇ। ਮੁਆਫੀ ਮੰਗਣ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਵੱਖ-ਵੱਖ ਲੋਕਾਂ ਤੋਂ ਰਾਏ ਲਈ। ਕੁਝ ਲੋਕਾਂ ਨੇ ਜਿਹੜੇ ਸਾਡੇ ਵਰਗੇ ਸੀ, ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮਾਫੀ ਮੰਗਣੀ ਹੈ ਤਾਂ ਮੁਆਫੀਆਂ, ਕਿਉਂਕਿ ਮੁਆਫੀਆਂ ਦਾ ਦੌਰ ਸ਼ੁਰੂ ਹੋ ਗਿਆ। ਟਰੂਡੋ ਨੇ ਤਾਂ ਮਾਫੀ ਨਹੀਂ ਮੰਗੀ, ਪੀਅਰ ਐਲੀਅਟ ਟਰੂਡੋ ਨੇ, ਪਰ ਬ੍ਰਾਇਨ ਮਰੂਨੀ ਨੇ ਮੰਗ ਲਈ। 2 ਗੱਲਾਂ ਕਰਤੀਆਂ ਉਹਨਾਂ ਨੇ। ਇੱਕ ਤਾਂ ਮਾਫੀ ਮੰਗ ਲਈ ਉਹਨਾਂ ਨੇ, ਦੂਜਾ ਕੰਪਨਸੇਸ਼ਨ ਦੇ ਦਿੱਤਾ। ਹੁਣ ਜੈਪਨੀਜ਼ ਕੈਨੇਡੀਅਨਸ ਦੇ ਜਿਨ੍ਹਾਂ ਦੇ ਕਨਸੈਂਟਰੇਸ਼ਨ ਕੈਂਪਾਂ ਦੇ ਵਿੱਚ ਰੱਖਿਆ ਗਿਆ ਸੀ, ਉਹਨਾਂ ਦੇ ਕੋਲੋਂ ਪ੍ਰਾਪਰਟੀ ਖੋਹ ਲਈ ਸੀ, ਤਾਂ ਉਹਨਾਂ ਦੇ ਸਰਵਾਈਵਲ ਮੈਂਬਰ ਹਜੇ ਕੁਝ ਜਿੰਦਾ ਸੀ। ਉਹਨਾਂ ਨੂੰ ਕੰਪਨਸੇਸ਼ਨ ਦਿੱਤਾ, ਉਹਨਾਂ ਤਾਂ ਨਹੀਂ ਜਿੰਨਾ ਉਹਨਾਂ ਤੋਂ ਖੋਇਆ ਸੀ, ਪਰ ਥੋੜੇ ਪੈਸੇ ਦੇ ਦਿੱਤੇ। ਹੁਣ ਉਹਨਾਂ ਲੋਕਾਂ ਨੂੰ ਤਾਂ ਮਿਲ ਗਏ ਪੈਸੇ ਜਿਹੜੇ ਹਲੇ ਜਿੰਦਾ ਸੀ। ਕਾਮਾਗਾਟਾ ਮਾਰੂ ਦਾ ਤਾਂ ਕੋਈ ਬੰਦਾ ਜਿੰਦਾ ਨਹੀਂ ਸੀ। ਹਾਂਜੀ। ਹੋਰ ਜਿਹੜੀਆਂ ਮਾਫੀਆਂ ਮੰਗਦੇ, ਉਹਨਾਂ ਦੇ ਬੰਦੇ ਤਾਂ ਅਜੇ ਤਾਈਂ ਜਿੰਦਾ ਨਹੀਂ ਹੈ। ਰੈਜ਼ੀਡੈਂਸ਼ੀਅਲ ਸਕੂਲਾਂ 'ਚ ਜਿਹੜੇ ਗਏ ਆ, ਜਿਨ੍ਹਾਂ ਤੇ ਤਸ਼ੱਦਦ ਹੋਇਆ, ਉਹ ਅਜੇ ਤਾਈਂ ਜਿੰਦਾ ਆ, ਬਸ ਜਿਹੜੇ ਬਚ ਕੇ ਆ ਗਏ ਉੱਥੇ, ਜਿਹੜੇ ਬੱਚੇ। ਹਾਂਜੀ। ਅੱਛਾ, ਉਹਨਾਂ ਨੂੰ ਕੰਪਨਸੇਸ਼ਨ ਕਰਦੇ ਆ, ਜੁਦੀ ਗੱਲ ਹੈ। ਜਾਂ ਅਸੀਂ ਕਹਿੰਦੇ ਹਾਂ ਕਿ ਜੇ ਕਿਸੇ ਦਾ ਬੱਚਾ ਮਰਿਆ ਹੈ, ਉਹਨੇ ਖਰਿਆ ਕੀ ਵੱਡਾ ਹੋ ਕੇ ਬਣਨਾ ਸੀ, ਉਹਨੇ ਆਪਣੇ ਮਾਂ-ਬਾਪ ਨੂੰ ਕੁਝ ਦੇਣਾ ਸੀ, ਉਹਦੇ ਸ਼ਾਇਦ ਫੈਮਿਲੀ ਨੂੰ ਸਪੋਰਟ ਕਰਦੇ ਆ, ਉਹ ਵੀ ਵੱਖਰੀ ਗੱਲ ਹੈ। ਪਰ ਕਾਮਾਗਾਟਾ ਮਾਰੂ ਵਰਗੀਆਂ ਜਿਹੜੀਆਂ ਘਟਨਾਵਾਂ ਹੋਈਆਂ ਆ, ਉਹਨਾਂ ਤੁਸੀਂ ਮਾਫੀ ਮੰਗ ਲਈ ਹੈ। ਹੁਣ ਉਹਦੀਆਂ ਜਿਹੜੀਆਂ ਸਾਡੀ ਕਮਿਊਨਿਟੀ ਦੇ ਵਿੱਚ ਸੰਸਥਾਵਾਂ ਨੇ ਬੈਠੀਆਂ, ਜਿਨ੍ਹਾਂ ਦੇ ਵਿੱਚੋਂ ਮੋਹਰੀ ਸੀਗੇ ਸਾਡੇ ਗੁਰਦੁਆਰੇ। ਹਾਂਜੀ। ਜਿਨ੍ਹਾਂ ਨੂੰ ਗੋਲਕ ਤੋਂ ਸਿਵਾ ਕੁਛ ਨਹੀਂ ਸੁਝਦਾ। ਹਮੇਸ਼ਾ ਹੁੰਦਾ ਕਿ ਸਾਨੂੰ ਜਿਹੜੇ ਸਾਡੇ ਵਰਗੇ ਬੰਦੇ ਸੀ, ਮੈਂ ਦੱਸਦਾ ਕਿ ਅਸੀਂ ਕੀ ਮੰਗਦੇ ਸੀ ਇਹਨਾਂ ਤੋਂ, ਸਰਕਾਰ ਤੋਂ, ਕਿ ਠੀਕ ਹੈ ਤੁਸੀਂ ਮਾਫੀ ਮੰਗਣੀ ਹੈ, ਉਹਦੇ ਨਾਲ UBC ਜਾਂ SFU ਦੇ ਵਿੱਚ ਇੱਕ ਚੇਅਰ ਬਣਾ ਦਿਓ, ਕਾਮਾਗਾਟਾ ਮਾਰੂ ਚੇਅਰ ਹੋਵੇ। ਹਾਂਜੀ।
ਜਿਹੜੀ ਕਿ ਸਦਾ ਹੀ ਰਿਸਰਚ ਕਰੂਗੀ ਇਸ ਗੱਲ ਤੇ ਕਿ ਰੇਸਿਜ਼ਮ ਮਾਈਨੋਰਟੀਜ਼ ਦੇ ਨਾਲ ਹੁੰਦਾ ਹੈ, ਉਹਦੇ ਬਾਰੇ ਰਿਪੋਰਟਸ ਪੇਸ਼ ਕਰੂਗੀ, ਪਿੱਛੇ ਹੋਇਆ, ਅੱਜ ਹੋਇਆ, ਨਿਤ ਖਬਰਾਂ ਆਉਂਦੀਆਂ ਸਾਡੇ ਕੋਲ। ਹਾਂਜੀ ਬਿਲਕੁਲ, ਰੇਸਿਜ਼ਮ ਅੱਜ ਵੀ ਚੱਲਦਾ ਹੈ। ਹਾਂਜੀ, ਤੇ ਉਹਦੇ ਬਾਰੇ ਰਿਸਰਚ ਕਰਨਗੇ, ਇਹ ਚੰਗੀ ਗੱਲ ਹੋਊਗੀ। ਪਰ ਜਿਹੜੇ ਸਾਡੇ ਗੁਰਦੁਆਰਿਆਂ ਦੇ ਲੀਡਰ ਸੀ, ਉਹਨਾਂ ਨੂੰ ਸੀ ਵੀ ਪੈਸੇ ਦਿਓ, ਪੈਸੇ ਖਾਈਏ, ਅਸੀਂ ਆਪਣੇ ਹਿੱਤਾਂ ਲਈ ਕੰਮ ਕਰਦੇ, ਆਪਣੇ ਹਿੱਤਾਂ ਲਈ ਉਹਨਾਂ ਨੇ ਪੈਸੇ ਦੇ ਦਿੱਤੇ, ਉਹ ਪਤਾ ਨਹੀਂ ਕਿੱਥੇ ਗਏ। ਦੂਜਾ ਤੁਸੀਂ ਕਹਿੰਦੇ ਆ ਕਿ ਸਾਡੇ ਲਈ ਇੱਕ ਪਲੈਕ ਬਣਾ ਕੇ ਰੱਖ ਦਿਓ, ਉੱਥੇ ਸਾਡੇ ਪਲੈਕ ਵੀ ਲੱਗਾ ਹੈ ਡਾਊਨਟਾਊਨ, ਉਹਨੂੰ ਕਦੇ ਕੋਈ ਪੇਂਟ ਕਰ ਜਾਂਦਾ, ਕਦੇ ਕੋਈ ਪੇਂਟ, ਤਸ਼ੱਦਦ ਜਿੱਦਾਂ ਉਹਦਾ ਇਹ ਠੀਕ ਹੈ ਕਮੈਮੋਰੇਟ ਕਰਨਾ ਕਿਸੇ ਨੂੰ, ਪਰ ਉਹਦੇ ਤੇ ਤੁਸੀਂ ਇੱਕ ਬਣਾਤੀ ਚੀਜ਼ ਕਿ ਜਿਹਦੇ ਤੇ ਕੋਈ ਥੁੱਕ ਵੀ ਸਕਦਾ, ਜਿਹਦੇ ਤੇ ਕੋਈ ਪੇਂਟ ਵੀ ਕਰ ਸਕਦਾ ਹੈ। ਪਰ ਜਿਹੜੀਆਂ ਚੀਜ਼ਾਂ ਇੱਕ ਚੇਅਰ ਕਰੂਗੀ, ਇੱਕ ਯੂਨੀਵਰਸਿਟੀ ਦੇ ਵਿੱਚ ਕੋਈ ਰਿਸਰਚਰ ਹੋਣਗੇ, ਕੋਈ ਬੱਚੇ ਹੋਣਗੇ, ਜਿਹੜੇ ਸਾਡੇ ਵੀ ਬੱਚੇ ਹੋਣਗੇ, ਜੇ ਉਹ ਜਾਂਦੇ ਆ ਦੇਖਦੇ ਆ ਕਿ ਇੱਥੇ ਕੌਮਾਗਾਟਾ ਮਾਰੂ ਚੇਅਰ ਆ, ਮੈਂ ਵੀ ਸੁਣਿਆ ਸੀ ਕਿ ਸਾਡੇ ਨਾਲ ਇਦਾਂ ਗੱਲ ਹੋਈ ਹੈ, ਮੈਂ ਵੀ ਰਿਸਰਚ ਕਰਨੀ ਚਾਹੁੰਦਾ, ਉਹ ਪਰਪੈਚੁਅਲ ਗੱਲ ਹੁੰਦੀ ਹੈ ਹਮੇਸ਼ਾ ਹੀ। ਜੀ ਬਿਲਕੁਲ। ਪਰ ਪੈਸੇ ਲੈ ਕੇ ਖਾਣਾ, ਇਹ ਤਾਂ ਮਤਲਬ ਜਿਹੜੇ ਕਹਿੰਦੇ ਹੁੰਦੇ ਰਾਜਅੰਤ ਰਾਜ ਲੀਡਰ ਬਣੇ ਆਪਣੇ ਆਪ ਨੂੰ ਲੁੱਟਣ ਵਾਲੇ, ਉਹਨਾਂ ਨੂੰ ਤਾਂ ਹੁੰਦਾ ਕਿ ਇਸ ਵੇਲੇ ਢਿੱਡ ਭਰੀਏ। ਸੋ ਜਿਹੜੀ ਵੱਡੀ ਗੱਲ ਕੀਤੀ ਉਹਨਾਂ ਨੇ ਸਪਿਰਿਚੁਅਲ ਲੀਡਰ ਨੇ, ਉਹਨਾਂ ਨੇ ਇਸ ਗੱਲ ਤੇ, ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਨੱਠੇ ਗਏ ਉੱਥੇ ਪੋਪ ਦੇ ਕੋਲ। ਹਾਂਜੀ, ਇਹ ਛੋਟੀ ਗੱਲ ਨਹੀਂ ਵੀ ਜਿਹੜੀ ਉਹ ਮਾਫੀ ਮੰਗ ਰਿਹਾ ਜੀ, ਤੁਸੀਂ ਫੋਰਸ ਕਰ ਰਹੇ ਹੋ। ਉਹ PR ਰਿਲੇਸ਼ਨ ਦਾ ਕੋਈ ਬੰਦਾ ਫੜਿਆ ਹੋਣਾ, ਉਹਨੇ ਬੜੇ ਨਾਈਸ ਵਰਡ ਪਾਏ ਆ ਉਹ ਮਾਫੀ ਦੇ ਵਿੱਚ, ਉਹਦੇ ਚ ਤਾਂ ਕਾਫੀ ਐਕਚੁਅਲੀ ਨਾ ਇਮੋਸ਼ਨਲ ਵਰਡਿੰਗ ਹੈਗੀ ਆ, ਬਹੁਤ ਹੈ। ਉਹ ਲਿਖ ਕੇ ਕਿਸੇ ਨੇ ਸਪੀਚ ਦਿੱਤੀ ਹੁਣ। ਹਾਂਜੀ, ਅੱਛਾ, ਜੇ ਉਹ ਕਹਿੰਦਾ ਵੀ ਜੇ ਸਾਡੇ ਤੇ ਤਸ਼ੱਦਦ ਹੋਇਆ, ਉਹਦੇ ਲਈ ਇਹਨਾਂ ਨੂੰ ਰੀਅਲਾਈਜ਼ ਕਰਨਾ ਚਾਹੀਦਾ ਸੀ। ਹਾਂਜੀ, ਸਭ ਤੋਂ ਜ਼ਿਆਦਾ ਐਕਚੁਅਲੀ ਜ਼ਰੂਰੀ ਗੱਲ ਰੀਅਲਾਈਜੇਸ਼ਨ ਹੀ ਹੁੰਦੀ ਹੈ ਜਦੋਂ ਕਿਸੇ ਤੋਂ ਵੀ ਆਪਾਂ ਮਾਫੀ ਮੰਗਦੇ ਆ। ਤੁਸੀਂ ਕੋਰਟ ਦੇ ਵਿੱਚ ਜਾਂਦੇ ਆ ਨਾ, ਜਿਹਨੇ ਕਿਸੇ ਨੇ ਕੁੱਟਿਆ ਮਾਰਿਆ ਹੁੰਦਾ, ਕਿਸੇ ਨੇ ਕੁਛ ਕੀਤਾ ਹੁੰਦਾ, ਜੱਜ ਉਹਦੇ ਕੋਲੋਂ ਸਟੇਟਮੈਂਟ ਸੁਣਦਾ, ਫਿਰ ਵਕੀਲ ਲਿਖ ਕੇ ਦਿੰਦੇ ਉਹਦਾ ਵੀ ਤੂੰ ਉਹਦੇ ਜੱਜ ਨੂੰ ਇਹ ਕਹਿਣਾ ਕਿ ਮੈਂ ਮਹਿਸੂਸ ਕਰਦਾ ਕਿ ਮੈਂ ਗਲਤੀ ਕਰ ਲਈ ਹੈ, ਉਸ ਗਲਤੀ ਦੀ ਸਜ਼ਾ ਮੈਂ ਭੁਗਤ ਰਿਹਾ ਹਾਂ, ਔਰ ਉਹਦਾ ਪਰਿਵਾਰ ਜ਼ਿਆਦਾ ਸਜ਼ਾ ਭੁਗਤ ਰਿਹਾ ਕਿਉਂਕਿ ਉਹਨਾਂ ਦਾ ਬੰਦਾ ਚੱਲ ਗਿਆ। ਉਹ ਬੰਦਾ ਉਹ ਰਿਮੋਰਸ ਸ਼ੋ ਕਰਨ ਲਈ ਹੁੰਦਾ ਬਸ। ਹਾਂਜੀ, ਕਿ ਇਹਨਾਂ ਨੇ ਮਨ ਦੇ ਵਿੱਚ ਰੀਅਲਾਈਜ਼ ਕੀਤਾ ਇਸ ਬੰਦੇ ਨੇ ਕਿ ਮੈਂ ਗਲਤ ਕੀਤਾ ਕੁਛ। ਉਹ ਕਹਿੰਦਾ ਵੀ ਉਹ ਗਲਤ ਜੇ ਪੋਪ ਨੇ ਮਨ ਦੇ ਵਿੱਚ ਸੋਚਦਾ ਨਾ, ਪੋਪ ਸੋਚਦਾ ਕਿ ਆਹ ਗੱਲ ਗਲਤ ਹੋਈ ਹੈ ਔਰ ਮੈਂ ਹੈਡ ਹਾਂ ਵੈਟੀਕਨ ਦਾ, ਮੈਂ ਕੈਥੋਲਿਕ ਚਰਚ ਦਾ ਹੈਡ ਹਾਂ, ਇਹਨਾਂ ਨੇ ਬਹੁਤ ਤਸ਼ੱਦਦ ਕੀਤਾ, ਬਹੁਤ ਜ਼ਿਆਦਾ, ਜਿਹਦੀ ਕੋਈ ਮਾਫੀ ਵਾਲੀ ਗੱਲ ਨਹੀਂ ਹੈ ਵੈਸੇ ਉਹ। ਜੀ ਬਿਲਕੁਲ, ਕੋਈ ਇਹ ਵੱਡੀ ਗੱਲ ਹੈ, ਇੰਨਾ ਅਣਮਨੁੱਖੀ ਵਿਵਹਾਰ, ਉਹ ਵੀ ਬੱਚਿਆਂ ਦੇ ਨਾਲ, ਇੱਕ ਬੱਚਿਆਂ ਦੇ ਨਾਲ। ਔਰ ਮੈਂ ਕਮ ਸੇ ਕਮ ਏਦਾਂ ਕਰ ਦਿੰਦਾ ਕਿ ਉੱਥੇ ਜਾ ਕੇ ਇਹਨਾਂ ਕੰਮ ਸ਼ੁਰੂ ਕਰ ਦੇਵਾਂ ਕਿ ਗਲਤੀ ਹੋ ਗਈ, ਮਤਲਬ ਇਹਨਾਂ ਨੇ ਗਲਤੀ ਨਹੀਂ ਹੋਈ ਵੀ ਜੋ ਕੁਝ ਹੋਇਆ ਤੁਹਾਡੇ ਨਾਲ ਮਾੜਾ ਹੋਇਆ, ਹੁਣ ਅਸੀਂ ਅੱਗੇ ਤੋਂ ਨਹੀਂ ਕਰਾਂਗੇ ਜੀ, ਅੱਗੇ ਤੋਂ ਕਿੱਦਾਂ ਨਹੀਂ ਕਰੋਗੇ ਤੁਸੀਂ, ਮਤਲਬ ਕੋਈ ਨਾ ਕੋਈ ਤਾਂ ਚੇਂਜਸ ਕੀਤੀਆਂ ਹੋਣੀਆਂ। ਹਾਂਜੀ, ਜਿੱਦਾਂ ਸਾਡੇ ਪਹਿਲਾਂ ਕਦੇ ਹਿਊਮਨ ਰਾਈਟਸ ਦੀ ਲੈਜਿਸਲੇਸ਼ਨ ਨਹੀਂ ਸੀ ਹੁੰਦੀ ਕੈਨੇਡਾ ਦੇ ਵਿੱਚ, ਜੌਨ ਡੀਫਨਵੇਕਰ ਨੇ ਹਿਊਮਨ ਰਾਈਟਸ ਦਾ ਬਿੱਲ ਲੈ ਕੇ ਆਂਦਾ ਪਾਰਲੀਮੈਂਟ ਦੇ ਵਿੱਚ। ਉਹ ਕਹਿੰਦੇ ਕਿ ਅਸੀਂ ਰੌਲਾ ਪਾਉਂਦੇ ਹਾਂ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦਾ, ਕਿਉਂਕਿ ਹਿਊਮਨ ਰਾਈਟਸ ਦਾ ਡੈਕਲੇਰੇਸ਼ਨ ਜਿਹੜਾ UN ਦਾ, ਉਹ ਕੈਨੇਡੀਅਨ ਪ੍ਰੋਫੈਸਰ ਨੇ ਲਿਖਿਆ ਹੈ, ਜਿਹੜਾ 1946 ਦੇ ਵਿੱਚ ਇਹਨਾਂ ਨੇ ਅਡਾਪਟ ਕੀਤਾ ਹੈ। ਉਹ ਕਹਿੰਦਾ ਅਸੀਂ ਸਾਰਿਆਂ ਨੂੰ ਦੱਸੀ ਜਾਂਦੇ ਹਾਂ ਕਿ ਹਿਊਮਨ ਰਾਈਟਸ ਦਾ ਡੈਕਲੇਰੇਸ਼ਨ ਅਸੀਂ ਲਿਖਿਆ, ਸਾਡੇ ਕੋਲ ਕੋਈ ਹਿਊਮਨ ਰਾਈਟਸ ਦਾ ਹੈ ਹੀ ਨਹੀਂ, ਨਾ ਸਾਡੇ ਸੰਵਿਧਾਨ ਦੇ ਵਿੱਚ ਹੈ, ਨਾ ਸਾਡੇ ਕੋਲ ਲੈਜਿਸਲੇਸ਼ਨ ਹੈ। ਉਹਨਾਂ ਨੇ ਇੱਕ ਪਾਰਲੀਮੈਂਟ ਦੇ ਵਿੱਚ ਲਾਅ ਪਾਸ ਕੀਤਾ, ਪਹਿਲੀ ਵਾਰ ਇੰਡੀਆ ਦੇ ਵਿੱਚ ਪਹਿਲਾਂ ਆ ਗਏ ਫੰਡਾਮੈਂਟਲ ਰਾਈਟਸ ਸੰਵਿਧਾਨ ਦੇ ਵਿੱਚ, ਕੈਨੇਡਾ ਵਿੱਚ ਬਾਅਦ ਦੇ ਵਿੱਚ ਆਏ। ਹਾਂਜੀ, ਇੱਕ ਆਰਡੀਨਰੀ ਪੀਸ ਆਫ ਲੈਜਿਸਲੇਸ਼ਨ ਸੀ। ਅੱਛਾ, ਉਹਦਾ ਤੇ ਸੰਵਿਧਾਨ ਦਾ ਬਹੁਤ ਫਰਕ ਹੈ।
ਇੱਕ ਆਰਡੀਨਰੀ ਪੀਸ ਆਫ ਲੈਜਿਸਲੇਸ਼ਨ ਨੂੰ ਚੇਂਜ ਵੀ ਕੀਤਾ ਜਾ ਸਕਦਾ। ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਕਰਦੇ ਆ ਜੱਜਸ, ਉਹ ਉਸ ਹਿਸਾਬ ਨਾਲ ਨਹੀਂ ਕਰਦੇ ਜਿਹੜੀ ਸੰਵਿਧਾਨ ਦੀ ਗੱਲ ਹੁੰਦੀ। ਸੰਵਿਧਾਨ ਨੂੰ ਚੇਂਜ ਕਰਨਾ ਬੜਾ ਮੁਸ਼ਕਲ ਹੈ। ਹਾਂਜੀ, ਇੱਕ ਮਿਸਾਲ ਦਿੰਦਾ ਤੁਹਾਨੂੰ। ਨੇਟਿਵ ਔਰਤਾਂ ਜਿਹੜੀਆਂ ਸਟੇਟਸ ਇੰਡੀਅਨ ਆ, ਉਹ ਜੇ ਨਾਨ ਸਟੇਟਸ ਬੰਦੇ ਨਾਲ ਕਿਸੇ ਨਾਲ ਵਿਆਹ ਕਰ ਲੈਂਦੀਆਂ ਸੀ ਤਾਂ ਉਹਨਾਂ ਦਾ ਸਟੇਟਸ ਖਤਮ ਹੋ ਜਾਂਦਾ ਸੀ। ਫਿਰ ਕੋਈ ਉਹਨਾਂ ਨੂੰ ਪੈਸੇ ਨਹੀਂ ਦਿੰਦਾ, ਕੋਈ ਕੁਛ ਨਹੀਂ ਦਿੰਦਾ, ਸਾਰੀਆਂ ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਜ਼ ਖਤਮ ਹੋ ਜਾਂਦੀਆਂ ਸੀ। ਉਹਨਾਂ ਨੇ ਜੇ ਕੋਈ ਬੰਦਾ ਨੇਟਿਵ ਕਿਸੇ ਦੂਜੀ ਔਰਤ ਨਾਲ ਵਿਆਹ ਕਰਾਉਂਦਾ ਸੀ ਜਿਹੜੀ ਨਾਨ ਨੇਟਿਵ ਹੁੰਦੀ, ਨਾਨ ਸਟੇਟਸ ਇੰਡੀਅਨ, ਤਾਂ ਉਹਨੂੰ ਸਟੇਟਸ ਮਿਲ ਜਾਂਦਾ ਸੀ, ਉਲਟਾ ਹੋ ਜਾਂਦਾ ਸੀ। ਤੇ ਉਹ ਨੇਟਿਵ ਔਰਤਾਂ ਨੇ 1975 'ਚ ਇੱਕ ਵਾਰੀ ਸੁਪਰੀਮ ਕੋਰਟ ਤਾਈਂ ਗਈਆਂ, ਉਹਨਾਂ ਦੀਆਂ ਜਥੇਬੰਦੀਆਂ ਨੇ, ਕਿ ਸਾਡੇ ਨਾਲ ਇਹ ਵਿਤਕਰਾ ਹੁੰਦਾ। ਉਹਨਾਂ ਨੇ ਉਹ ਜਿਹੜਾ ਪਹਿਲਾਂ ਹਿਊਮਨ ਰਾਈਟਸ ਲੈਜਿਸਲੇਸ਼ਨ ਪਾਸ ਕੀਤੀ ਸੀ, ਉਹਦੇ ਆਧਾਰ ਤੇ ਅਪੀਲ ਕੀਤੀ ਤੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਕਿ ਨਹੀਂ, ਕੋਈ ਵਿਤਕਰਾ ਨਹੀਂ ਹੈ। ਅੱਛਾ, ਫਿਰ ਦੇਖੋ ਫਰਕ ਕਿੰਨਾ ਹੋਇਆ ਜਦੋਂ ਚਾਰਟਰ ਆਫ ਰਾਈਟਸ ਐਂਡ ਫਰੀडम्स ਇੰਟਰੋਡਿਊਸ ਕੀਤਾ, ਇੰਟਰੈਂਚ ਕੀਤਾ ਕੈਨੇਡੀਅਨ ਕਨਸਟੀਟਿਊਸ਼ਨ ਦੇ ਵਿੱਚ। ਉਸ ਤੋਂ ਬਾਅਦ ਉਹੀ ਅਪੀਲ ਮੁੜ ਕੇ ਫਿਰ ਸੁਪਰੀਮ ਕੋਰਟ ਚਲ ਗਈ। ਹੁਣ ਦੁਬਾਰਾ ਇੱਕ ਲੈਜਿਸਲੇਸ਼ਨ ਤੋਂ ਵਗੈਰਾ ਹੁਣ ਸੰਵਿਧਾਨ ਦੇ ਵਿੱਚ ਹੈ। ਫਿਰ ਜੱਜਸ ਨੇ ਉਹਨਾਂ ਦੀ ਗੱਲ ਸੁਣੀ, ਉਹ ਕਹਿੰਦੇ ਵਾਕਿਆ ਹੀ ਇਹ ਵਿਤਕਰਾ ਹੈ ਕਿ ਤੁਹਾਨੂੰ ਵੀ ਤੁਹਾਡਾ ਸਟੇਟਸ ਖਤਮ ਹੋ ਜਾਂਦਾ ਹੈ, ਇਹਨਾਂ ਦਾ ਸਟੇਟਸ ਮਿਲ ਜਾਂਦਾ ਹੈ। ਵੈਸੇ ਕਿੰਨਾ ਵੱਡਾ ਵਿਤਕਰਾ ਸੀਗਾ ਜਿਹਨੂੰ ਬਾਅਦ ਦੇ ਵਿੱਚ ਮੰਨਿਆ ਉਹਨਾਂ ਨੇ, ਬਾਅਦ ਦੇ ਵਿੱਚ ਮੰਨਿਆ। ਉਹ ਵੀ ਜਦੋਂ ਚਾਰਟਰ ਆਫ ਰਾਈਟਸ ਐਂਡ ਫਰੀडम्स ਇੰਟਰੈਂਚ ਕੀਤਾ ਉਸ ਤੋਂ ਬਾਅਦ, ਮਤਲਬ ਕਿੰਨੇ 100 ਸਾਲ ਤੋਂ ਵੱਧ ਉਹ ਵਿਤਕਰਾ ਚੱਲਦਾ ਹੀ ਰਿਹਾ। ਇਹ ਫਰਕ ਸੀ। ਉਹ ਪੀਅਰ ਐਲੀਅਟ ਟਰੂਡੋ ਦੀ ਇਹ ਆਰਗੂਮੈਂਟ ਸੀ ਕਿ ਦੇਖੋ ਜਿਹੜੀ ਮੈਂ ਦੇ ਚੱਲਿਆ ਨਾ, ਉਹਨਾਂ ਦੇ ਨਾਲ ਗੱਲ ਵੀ ਕਰਦੇ ਸੀ ਤਾਂ ਉਹ ਦੋ ਗੱਲਾਂ ਬਾਰੇ ਬਹੁਤ ਹਮੇਸ਼ਾ ਹੀ ਇੱਕ ਗੱਲ ਕਰਦੇ ਹੁੰਦੇ ਸੀ ਕਿ ਮੈਂ ਬਾਈਲਿੰਗੁਅਲਿਜ਼ਮ ਐਕਟ ਲੈ ਕੇ ਆਂਦਾ, ਕਿ ਫ੍ਰੈਂਚ ਲੋਕੀ ਕੈਨੇਡਾ ਦੇ ਵਿੱਚ ਰਹਿ ਕੇ ਹੀ ਮਹਿਸੂਸ ਕਰਨ ਕਿ ਅਸੀਂ ਇਹਦਾ ਹਿੱਸਾ ਹਾਂ ਔਰ ਬਰਾਬਰ ਦਾ ਹਿੱਸਾ ਹਾਂ ਜੀ। ਦੂਸਰੀ ਉਹ ਚਾਰਟਰ ਆਫ ਰਾਈਟਸ ਐਂਡ ਫਰੀडम्स ਦੀ ਗੱਲ ਕਰਦੇ ਹੁੰਦੇ ਸੀ ਕਿ ਸੰਵਿਧਾਨ ਦੇ ਵਿੱਚ ਮੈਂ ਇਹ ਰਾਈਟਸ ਦੇਤੇ ਆ, ਫੰਡਾਮੈਂਟਲ ਰਾਈਟਸ ਦੇਤੇ ਆ, ਤੁਸੀਂ ਤੁਹਾਡੇ ਨਾਲ ਕੋਈ ਵਿਤਕਰਾ ਹੁੰਦਾ ਹੈ ਰੰਗ ਦੇ ਆਧਾਰ ਤੇ, ਐਥਨੀਸਿਟੀ ਦੇ ਆਧਾਰ ਤੇ, ਜੈਂਡਰ ਦੇ ਆਧਾਰ ਤੇ, ਤਾਂ ਤੁਸੀਂ ਕੋਰਟ ਦੇ ਵਿੱਚ ਜਾ ਸਕਦੇ, ਉਹਦੇ ਆਧਾਰ ਤੇ ਤੁਸੀਂ ਫੈਸਲਾ ਕਰ ਸਕਦੇ। ਇਹ ਗੱਲ ਠੀਕ ਹੈ। ਵੈਸੇ ਤੁਸੀਂ ਮਾਫੀਆਂ ਮੰਗਣ ਵਾਲੀ ਜਿਹੜੀ ਗੱਲ ਹੁੰਦੀ ਹੈ ਨਾ, ਅਨਲੈਸ ਬੰਦਾ ਰਿਮੋਰਸ ਫੀਲ ਕਰਦਾ ਆਪਣੇ ਆਪ ਹੀ, ਹਾਂਜੀ, ਦਿਲ ਤੋਂ ਤੁਹਾਨੂੰ ਮਹਿਸੂਸ ਹੁੰਦਾ, ਉਹ ਬੰਦੇ ਸੋਚਦੇ ਯਾਰ ਇਹਨਾਂ ਦੇ ਨਾਲ ਬਹੁਤ ਗਲਤੀ ਕੀਤੀ ਅਸੀਂ, ਹਾਂਜੀ, ਫਿਰ ਉਹ ਜੇ ਉਹ ਪੋਜੀਸ਼ਨ ਦੇ ਵਿੱਚ ਹੈ, ਸਰਕਾਰ ਤਾਂ ਪੋਜੀਸ਼ਨ ਦੇ ਵਿੱਚ ਹੈ ਨਾ, ਹਾਂਜੀ, ਸਰਕਾਰੀ ਤੌਰ ਤੇ ਤੁਸੀਂ ਫਿਰ ਉਹ ਕਾਨੂੰਨ ਲੈ ਕੇ ਆਉਣੇ ਜਾਂ ਉਹ ਸੰਸਥਾਵਾਂ ਬਣਾਉਣੇ ਆ ਕਿ ਅੱਜ ਕੱਲ ਨਾ ਹੋਵੇ। ਜੇ ਅੱਜ ਵੀ ਤੁਸੀਂ ਪੜ੍ਹੀ ਜਾਂਦੇ ਆ ਤੇ ਵਿਤਕਰੇ ਉਸੇ ਤਰ੍ਹਾਂ ਹੋ ਰਿਹਾ, ਵਿਤਕਰਾ ਫਰਸਟ ਨੇਸ਼ਨਸ ਦੇ ਨਾਲ ਵੀ ਹੋ ਰਿਹਾ, ਉਹੀ ਇੰਡੀਅਨ ਐਕਟ ਦੇ ਵਿੱਚ ਜਿਹਦੇ 'ਚ ਰੈਜ਼ੀਡੈਂਸ਼ੀਅਲ ਸਕੂਲ ਲੈ ਕੇ ਆਏ ਸੀ, ਉਹੋ ਹੀ ਕੁਛ ਅੱਜ ਹੋ ਰਿਹਾ ਜੀ, ਕੁਛ ਨਹੀਂ ਬਦਲਿਆ, ਹਾਂਜੀ। ਤੇ ਮਾਫੀਆਂ ਕਾਹਦੀਆਂ ਮੰਗਦੇ ਜੀ? ਬਿਲਕੁਲ, ਇਹਨਾਂ ਮਾਫੀਆਂ ਦਾ ਵੈਸੇ ਫਿਰ ਕੋਈ ਮਹੱਤਵ ਰਹਿ ਨਹੀਂ ਜਾਂਦਾ। ਜਿਵੇਂ ਹੁਣ ਆਹ ਇਨਸੀਡੈਂਟ ਵੀ ਆਪਾਂ ਜਿਹੜੀ ਆ ਨਿਊਜ਼ ਦੀ ਵੀ ਆਪਾਂ ਗੱਲਬਾਤ ਕੀਤੀ ਹੈਗੀ ਆ, ਦੇਖੋ ਤੁਸੀਂ ਵੀ ਉਹਨਾਂ ਨੇ ਵੈਸੇ ਜਿਹੜਾ ਮਾਫੀ ਦੀ ਇੰਪੋਰਟੈਂਸ ਹੁੰਦੀ ਉਹਨੂੰ ਵੀ ਖਤਮ ਕਰ ਦਿੱਤਾ। ਬਿਲਕੁਲ, ਮਤਲਬ ਇਹਨਾਂ ਕਹਿੰਦੇ ਹੁੰਦੇ ਨੇ ਜਸਟਿਨ ਟਰੂਡੋ ਨੇ 2 ਜੇਬਾਂ ਭਰੀਆਂ ਆ ਮਾਫੀਆਂ ਦੇ ਨਾਲ। ਕੈਨੇਡਾ ਦੇ ਵਿੱਚ ਜੇ ਮੁਆਫੀਆਂ ਮੰਗਣੀਆਂ ਨਾ, ਤੁਹਾਨੂੰ ਤਕਰੀਬਨ ਹਰ ਇੱਕ ਸੈਗਮੈਂਟ ਤੋਂ ਮੰਗਣੀਆਂ ਪੈਣੀਆਂ। ਕਿਸੇ ਨਾ ਕਿਸੇ ਐਥਨਿਕ ਗਰੁੱਪਸ ਦੇ ਖਿਲਾਫ ਕੋਈ ਨਾ ਕੋਈ ਵਿਤਕਰਾ ਕਿਸੇ ਜ਼ਮਾਨੇ ਦੇ ਵਿੱਚ ਜ਼ਰੂਰ ਹੋਇਆ। ਹਾਂਜੀ, ਬ੍ਰਿਟਿਸ਼ ਐਲੀਮੈਂਟ ਜਿਹੜੇ ਆ ਉਹਨਾਂ ਨੂੰ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਵਿਤਕਰਾ ਦੂਜਿਆਂ ਨਾਲ ਕੀਤਾ। ਅੱਛਾ, ਇੱਕ ਗੱਲ ਬਹੁਤ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਹੋਣਾ, ਬਲੈਕ ਸਲੇਵਰੀ ਤੋਂ ਪਹਿਲਾਂ ਇੱਕ ਸਰਵੈਂਟ, ਜਿਹਨੂੰ ਅਸੀਂ ਸ਼ਬਦ ਯੂਜ਼ ਕਰਦੇ ਹਾਂ ਸਰਵੈਂਟਸ ਲੈ ਕੇ ਆਉਂਦੇ ਹੁੰਦੇ ਸੀ ਇੰਗਲੈਂਡ ਤੋਂ। ਉਹ ਕੌਣ ਸੀ? ਵਰਕਿੰਗ ਕਲਾਸ,
ਜਿਹੜੀ ਕਿ ਪੈਜੈਂਟਰੀ ਤਾਂ ਨਹੀਂ ਰਹੀ, ਕਿਉਂਕਿ ਉਹਨਾਂ ਦੀ ਇਨਕਲੋਜ਼ਰ ਮੂਵਮੈਂਟ ਆ ਗਈ। ਜਿਨ੍ਹਾਂ ਨੂੰ ਵਿਚਾਰਿਆਂ ਨੂੰ ਫੈਕਟਰੀਆਂ 'ਚ ਕੰਮ ਨਹੀਂ ਸੀ ਮਿਲਦਾ, ਉਹਨਾਂ ਨੂੰ ਸ਼ਰਾਬ ਪਿਲਾ ਕੇ ਤਾਂ ਜਹਾਜ਼ 'ਚ ਸੁੱਟ ਕੇ ਇੱਥੇ ਲੈ ਆਉਂਦੇ ਸੀ। ਉਹਨਾਂ ਨੂੰ ਸਰਵੈਂਟਸ ਕਹਿੰਦੇ ਸੀ। ਸੋ ਮਾਫੀਆਂ ਮੰਗਣੀਆਂ ਤਾਂ ਬਹੁਤ ਲੰਬੀ ਲਿਸਟ ਆ। ਹਾਂਜੀ, ਕਿੱਦਾਂ ਮੰਗਣੀਆਂ? ਪਹਿਲੀ ਤਾਂ ਗੱਲ, ਸਭ ਵਿਤਕਰਾ ਬੰਦ ਕਰੋ ਇੱਥੇ ਜੀ। ਉਹਦੇ ਲਈ ਸੰਸਥਾਵਾਂ ਹੋਣ, ਸਿਰਫ ਗੱਲਾਂ ਬਾਤਾਂ ਨਾ ਹੋਣ। ਜੀ ਬਿਲਕੁਲ, ਮਾਫੀ ਦਾ ਮਤਲਬ ਹੀ ਇਹ ਹੁੰਦਾ ਕਿ ਦੁਬਾਰਾ ਤੋਂ ਇਹੋ ਜਿਹੀ ਕੋਈ ਚੀਜ਼ ਨਾ ਹੋਵੇ। ਪਰ ਜੇ ਸਿਰਫ ਪੋਲੀਟੀਕਲ ਆਪਣੇ ਹਿੱਤਾਂ ਦੇ ਲਈ ਕਈ ਲੋਕ ਮਾਫੀ ਮੰਗਦੇ ਹੈਗੇ ਆ, ਮੋਸਟਲੀ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕਾਉਂਸਲ ਨੂੰ ਸੰਬੋਧਨ ਕੀਤਾ। ਉਹਨਾਂ ਨੇ ਆਪਣਾ ਨਜ਼ਲਾ ਝਾੜਿਆ, ਰੂਸ ਖਿਲਾਫ ਜੰਗੀ ਅਪਰਾਧਾਂ ਲਈ ਕੇਸ ਚਲਾਉਣ ਦੀ ਮੰਗ ਕੀਤੀ। ਤੁਸੀਂ ਇਸ ਸੰਬੋਧਨ ਨੂੰ, ਜ਼ੇਲੈਂਸਕੀ ਦੇ ਸੰਬੋਧਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਸਿਕਿਉਰਿਟੀ ਕਾਉਂਸਲ ਨੂੰ ਬੁਲਾਇਆ ਗਿਆ ਸੀ, ਪ੍ਰੋਸੀਜਰਲ ਇੱਕ ਮਤਾ ਸੀ ਰਸ਼ੀਆ ਦਾ। ਉਹਨਾਂ ਨੇ ਕਿਹਾ ਸੀ ਕਿ ਜਿਹੜਾ ਬੁੱਕਾ ਦੇ ਵਿੱਚ ਮੈਸਕਰ ਕਹਿੰਦੇ ਆ, ਇਹਨਾਂ ਨੇ ਕੋਲੋਂ ਹੀ ਵੀਡੀਓ ਬਣਾਈਆਂ ਆ। ਤੇ ਉਹ ਸਿਕਿਉਰਿਟੀ ਕਾਉਂਸਲ ਨੂੰ ਰਸ਼ੀਆ ਵਾਲੇ ਕਹਿ ਰਹੇ ਸੀ ਕਿ ਤੁਸੀਂ ਇੱਕ ਇਨਵੈਸਟੀਗੇਸ਼ਨ ਟੀਮ ਭੇਜੋ ਉੱਥੇ, ਜਿਹੜੀ ਇੰਡੀਪੈਂਡੈਂਟਲੀ ਤੌਰ ਤੇ ਉੱਥੇ ਵੈਰੀਫਾਈ ਕਰੇ ਕਿ ਮੈਸਕਰ ਕਿਹਨੇ ਕਰਾਇਆ। ਇਹਨਾਂ ਨੇ ਖੁਦ ਹੀ ਕਰਾ ਕੇ ਫੋਟੋਆਂ ਲਾਈਆਂ ਜਾਂ ਸਾਡੀਆਂ ਫੋਰਸਿਸ ਨੇ ਕਰਾਇਆ। ਇੰਡੀਪੈਂਡੈਂਟ ਰਿਵਿਊ ਕੀਤਾ ਜਾਵੇ, ਜਿਹੜਾ ਕਿ ਯੂਐਸ ਨੇ ਵੀਟੋ ਕਰ ਦਿੱਤੀ। ਯੂਐਸ ਨੇ ਫਿਰ ਇਹਨਾਂ ਨੂੰ ਜ਼ੇਲੈਂਸਕੀ ਸਾਹਿਬ ਨੂੰ ਸੱਦ ਲਿਆ, ਹਾਂਜੀ, ਪ੍ਰੋਪੇਗੈਂਡਾ ਲਈ। ਜੀ ਜੀ। ਤੇ ਇਹਨਾਂ ਨੇ ਕਾਫੀ ਨਜ਼ਲਾ ਝਾੜਿਆ। ਯੂਐਨ ਨੂੰ ਕਿਹਾ ਕਿ ਤੁਹਾਨੂੰ ਤਾਂ ਮਰ ਜਾਣਾ ਚਾਹੀਦਾ, ਤੁਸੀਂ ਕੁਝ ਨਹੀਂ ਕਰਨ ਜੋਗੇ। ਫਿਰ ਉਹਨਾਂ ਦੀ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਯੂਐਨ ਸਿਕਿਉਰਿਟੀ ਕਾਉਂਸਲ ਨੂੰ ਰਸ਼ੀਆ ਨੂੰ ਕੱਢ ਦੇਣਾ ਚਾਹੀਦਾ ਸਿਕਿਉਰਿਟੀ ਕਾਉਂਸਲ ਤੋਂ। ਹਾਂਜੀ, ਕਿਉਂਕਿ ਉਹ ਮਤਾ ਕੋਈ ਪਾਸ ਹੋਣ ਹੀ ਨਹੀਂ ਦਿੰਦੇ। ਇਹ ਇਕੱਲੇ ਰਸ਼ੀਆ ਵਾਲੇ ਨਹੀਂ, 1945 ਤੋਂ ਲੈ ਕੇ ਅੱਜ ਤਾਈਂ ਨਾ ਅਮਰੀਕਾ ਵਾਲਿਆਂ ਨੇ ਕੋਈ ਰੈਜ਼ੋਲੂਸ਼ਨ ਪਾਸ ਕੀਤਾ ਕਰਨ ਦਿੱਤਾ ਜਿਹੜਾ ਰਸ਼ੀਆ ਨੇ ਇੰਟਰੋਡਿਊਸ ਕੀਤਾ ਹੋਵੇ, ਨਾ ਰਸ਼ੀਆ ਨੇ ਕੋਈ ਪਾਸ ਕਰਨ ਦਿੱਤਾ। ਸਿਰਫ ਤੇ ਸਿਰਫ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ, ਉਦੋਂ ਇੱਕ ਮਤਾ ਪਾਸ ਹੋਇਆ ਸੀ ਸਿਕਿਉਰਿਟੀ ਕਾਉਂਸਲ ਦੇ ਵਿੱਚ, ਉਹ ਸੀਗਾ ਕੋਰੀਆ ਬਾਰੇ। ਉਹ ਉਦੋਂ ਵੀ ਗਲਤੀ ਸੋਵੀਅਤ ਅੰਬੈਸਡਰ ਦੀ ਸੀ। ਵੈਸੇ ਅੰਦਰ ਮੀਟਿੰਗ ਹੋ ਰਹੀ ਸੀ, ਉਹ ਬਾਹਰ ਕਿਤੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਆ ਕਿ ਮੈਂ ਉਹਦੀ ਬਾਈਕਾਟ ਕਰ ਦੇਣਾ। ਬਾਈਕਾਟ ਕਰਨ ਲੱਗੇ ਨੇ ਅੰਦਰ। ਫਿਰ ਜੇ ਅੰਦਰ ਬੈਠਾ ਹੁੰਦਾ ਉੱਥੇ ਮੀਟਿੰਗ ਦੇ, ਫੇਰ ਹੀ ਵੀਟੋ ਕਰ ਸਕਦਾ ਸੀ ਜੀ। ਉਹਨਾਂ ਨੇ ਉਹਦੀ ਐਬਸੈਂਸ ਦੇ ਵਿੱਚ ਅਮਰੀਕਾ ਵਾਲੇ ਹਿੰਦੂ ਤਾਂ ਲਾਇਰਸ ਤਾਂ ਅਮਰੀਕਾ ਦੇ ਕੋਲ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ। ਹਾਂਜੀ ਬਿਲਕੁਲ। ਇਹਨਾਂ ਨੇ ਸੋਚਿਆ ਕਿ ਉਹ ਹੁਣ ਬਾਹਰ ਬੈਠਾ ਹੈ ਤੇ ਇਹਨਾਂ ਨੇ ਇੱਕ ਯੂਐਨ ਦੀ ਫੋਰਸ ਬਣਾਤੀ ਜਿਹੜੀ ਕਿ ਜਾਊਗੀ ਕੋਰੀਆ ਦੇ ਵਿੱਚ ਨਾਰਥ ਕੋਰੀਅਨ ਫੋਰਸਿਸ ਦੇ ਖਿਲਾਫ ਲੜਨ ਲਈ। ਸਿਰਫ ਤੇ ਸਿਰਫ ਉਹ ਉਦੋਂ ਗਲਤੀ ਹੋਈ ਉਹਦੇ ਕੋਲੋਂ, ਉਹਨੂੰ ਸੱਦਿਆ ਉਹਨਾਂ ਨੇ ਵਾਪਸ, ਪਰ ਉਦੋਂ ਬਾਅਦ ਨਹੀਂ ਗਲਤੀ ਕੀਤੀ ਉਹਨਾਂ ਨੇ। ਜਿੰਨੀ ਵਾਰੀ ਵੀ ਮੀਟਿੰਗ ਕੀਤੀ ਉਹਨਾਂ ਨੂੰ ਪਤਾ ਸੀ ਕਿ ਸਾਡੇ ਕੋਲ ਵੀਟੋ ਹੈ। ਹੁਣ ਵੀਟੋ ਕਿਉਂ ਆ? ਸਿਰਫ 5 ਦੇਸ਼ਾਂ ਦੇ ਕੋਲ। ਇਹਦੇ ਵਿੱਚ ਵੀ ਇਹ ਵਕਤੀ ਤੌਰ ਤੇ ਆ ਗੱਲ। ਵੈਸੇ ਸਭ ਤੋਂ ਪਹਿਲਾਂ ਜਦੋਂ ਲੜਾਈਆਂ ਤਾਂ ਹੁੰਦੀਆਂ ਰਹੀਆਂ ਦੁਨੀਆ ਦੇ ਵਿੱਚ, ਅੱਜ ਦੀ ਲੜਾਈ ਨਹੀਂ, ਮਤਲਬ ਪਹਿਲਾਂ ਲੜਾਈਆਂ ਯੂਰਪ ਦੇ ਵਿੱਚ ਜਦੋਂ ਹੋਈਆਂ ਤੇ ਜ਼ਿਆਦਾ ਲੜਾਈਆਂ ਹੋ ਰਹੀਆਂ ਸੀ ਕਿ ਕੈਥੋਲਿਕ ਧਰਮ ਦੇ ਬਰਾਬਰ ਜਿਹੜਾ ਪ੍ਰੋਟੈਸਟੈਂਟ ਧਰਮ ਨਿਕਲਿਆ ਇਹਨਾਂ ਦੇ ਵਿੱਚੋਂ, ਕਈ ਰਾਜਿਆਂ ਨੇ ਆਪਣਾ ਧਰਮ ਚੇਂਜ ਕਰ ਲਿਆ ਤੇ ਫਿਰ ਉਹ ਜ਼ੋਰ ਪਾਉਂਦੇ ਸੀ ਕਿ ਸਾਡੇ ਸਬਜੈਕਟ ਜਿਹੜੇ ਆ ਉਹ ਵੀ ਚੇਂਜ ਕਰਨ। ਟ੍ਰੀਟੀ ਆਫ ਵੈਸਟਫੇਲੀਆ ਸਾਈਨ ਕੀਤੀ। ਉਦੋਂ ਲੜਾਈਆਂ ਹੋਈਆਂ ਬਹੁਤ, ਇੱਥੋਂ ਤੱਕ ਹੋਈਆਂ ਕਿ ਲੜਾਈਆਂ ਦੇ ਨਾਂ ਵੀ ਰੱਖਣੇ ਬੰਦ ਕਰਤੇ। 100 years war, 30 years war, ਮਤਲਬ ਸਾਲਾਂ ਦੇ ਹਿਸਾਬ ਨਾਲ ਲਿਖਣ ਲੱਗ ਪਏ ਉਹਨੂੰ। ਟ੍ਰੀਟੀ ਆਫ ਵੈਸਟਫੇਲੀਆ 1648 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਯੂਰਪ ਨੂੰ ਇਕੱਠੇ ਕੀਤਾ। ਹਾਂਜੀ। ਔਰ ਇਹਦੇ ਵਿੱਚ ਫੈਸਲਾ ਕੀਤਾ, ਕਾਫੀ ਲੰਬਾ ਚਿਰ ਮੀਟਿੰਗ ਚੱਲਦੀ ਰਹੀ, ਕਿ ਜਿਸ ਦੇਸ਼ ਦਾ ਰਾਜਾ ਕੋਈ ਧਰਮ ਵੀ ਅਪਣਾਉਂਦਾ ਹੈ, ਦੂਸਰੇ ਦੇਸ਼ ਨੂੰ ਕੋਈ ਹੱਕ ਨਹੀਂ ਕਿ ਉਹਦੇ ਵਿੱਚ ਇੰਟਰਫੀਅਰ ਕਰੇ। ਫਿਰ ਉਹਦੀ ਮਰਜ਼ੀ ਆ, ਉਹ ਆਪਣੇ ਸਬਜੈਕਟਸ ਨੂੰ ਕਹੇ ਜਾਂ ਨਾ ਕਹੇ ਕਿ ਕਿਹੜਾ ਧਰਮ ਤੁਸੀਂ ਚੇਂਜ ਕਰਨਾ।
ਉਹ ਉਹਨਾਂ ਦੀ ਆਜ਼ਾਦੀ ਆ ਇਹ ਉਹਨਾਂ ਦੀ ਆਜ਼ਾਦੀ ਆ ਇੰਟਰਨਲ ਅਫੇਅਰਸ ਆ ਉਹਨਾਂ ਦੇ ਜੀ ਇਹ ਇੱਕ ਕਾਫੀ ਇੰਪੋਰਟੈਂਟ ਸਟੈਪ ਮੰਨਿਆ ਜਾਂਦਾ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਜੀ ਤੇ ਉਦੋਂ ਬਾਅਦ ਤੁਸੀਂ ਬਹੁਤ ਮੀਟਿੰਗਾਂ ਹੋਈਆਂ ਬਹੁਤ ਕੁਝ ਹੁੰਦਾ ਰਿਹਾ ਇੰਟਰਨੈਸ਼ਨਲੀ ਪਰ ਵੱਡੀ ਜਿਹੜੀ ਜੰਗ ਲੱਗੀ ਆ ਜਿਹਨੂੰ ਅਸੀਂ ਵਰਲਡ ਵਾਰ 1 ਕਹਿੰਦੇ ਆ ਉਹਦੇ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਲੀਗ ਆਫ ਨੇਸ਼ਨਸ ਬਣਾਈ ਲੀਗ ਆਫ ਨੇਸ਼ਨਸ ਜਿਹੜੀ ਕਿ ਸਾਰੇ ਹੀ ਦੇਸ਼ ਯੂਰਪ ਦੇ ਉਹਦੇ ਮੈਂਬਰ ਸੀ ਕਿਉਂਕਿ ਅਸੀਂ ਤਾਂ ਉਦੋਂ ਗੁਲਾਮ ਸੀ ਸਾਨੂੰ ਰੈਪਰੈਜ਼ੈਂਟ ਤਾਂ ਸਿਰਫ ਬ੍ਰਿਟਿਸ਼ ਕਰਦੇ ਸੀ ਹਾਂਜੀ ਤੇ ਇਸੇ ਤਰ੍ਹਾਂ ਲੈਟਿਨ ਅਮਰੀਕਾ ਦੇ ਵਿੱਚ ਅਫਰੀਕਾ ਦੇ ਏਸ਼ੀਆ ਦੇ ਹੋਰ ਮੁਲਕਾਂ ਨੂੰ ਵੀ ਯੂਰਪੀਅਨ ਕੰਟਰੀਜ਼ ਰੈਪਰੈਜ਼ੈਂਟ ਕਰਦੀਆਂ ਸੀ ਉਹਦੇ ਵਿੱਚ ਇੱਕ ਵੱਡੀ ਗਲਤੀ ਇਹਨਾਂ ਨੇ ਇਹ ਕੀਤੀ ਕਿ ਤਕਰੀਬਨ ਹਰ ਇੱਕ ਕੰਟਰੀ ਦੇ ਕੋਲ ਵੀਟੋ ਸੀ ਨਾਨ ਪ੍ਰੋਸੀਜਰਲ ਜਿਹੜੀ ਵੀ ਗੱਲ ਹੁੰਦੀ ਸੀ ਉਹ ਤੇ ਵੀਟੋ ਕਰ ਦਿੰਦੇ ਸੀ ਤੇ ਉਹ ਗੱਲ ਇਹ ਹੋਈ ਕਿ ਉਹਦੇ ਵਿੱਚ ਕੋਈ ਮਤਾ ਪਾਸ ਹੁੰਦਾ ਹੀ ਨਹੀਂ ਸੀ ਸਾਰਿਆਂ ਦੇ ਕੋਲ ਹੀ ਵੀਟੋ ਸੀ ਫਿਰ ਰਾਈਜ਼ ਆਫ ਜਰਮਨੀ ਮਤਲਬ ਜਿਹੜੇ ਨਾਜ਼ੀਜ਼ਮ ਜਰਮਨੀ ਦੇ ਵਿੱਚ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਲੀਗ ਆਫ ਨੇਸ਼ਨਸ ਤੋਂ ਨਿਕਲ ਜਾਣਾ ਪਹਿਲੀ ਤਾਂ ਗੱਲ ਲੀਗ ਆਫ ਨੇਸ਼ਨਸ ਨੇ ਸਾਰਾ ਭਾਂਡਾ ਸਾਡੇ ਸਿਰ ਫੋੜਿਆ ਅਸੀਂ ਤਾਂ ਨਹੀਂ ਇਕੱਲੇ ਲੜਾਈ ਸ਼ੁਰੂ ਕਰਨ ਵਾਲੇ ਪਰ ਅਸੀਂ ਹਰ ਕੀ ਕਹਿੰਦੇ ਹੁੰਦੇ ਜਿਹੜਾ ਇਤਿਹਾਸ ਲਿਖਦੇ ਆ ਜੇਤੂ ਹਾਂਜੀ ਇਹਨਾਂ ਨੇ ਸਾਰਾ ਕੁਝ ਵਾਰ ਰੈਪਰੇਸ਼ਨ ਉਹਦੇ ਪੈਸੇ ਲੈਣੇ ਆ ਜਰਮਨੀ ਵਾਲਿਆਂ ਤੋਂ ਜੋ ਕੁਝ ਕੀਤਾ ਇਹਨਾਂ ਨੇ ਜਰਮਨੀ ਦੇ ਖਿਲਾਫ ਕੀਤਾ ਤੇ ਲੀਗ ਆਫ ਨੇਸ਼ਨ ਵੈਸੇ ਖਤਮ ਹੋ ਗਈ 20 ਸਾਲਾਂ ਦੇ ਵਿੱਚ ਹੀ ਦੂਸਰੀ ਲੜਾਈ ਵਰਲਡ ਵਾਰ 2 ਜਿਹਨੂੰ ਕਹਿੰਦੇ ਅਸੀਂ ਉਹ ਸ਼ੁਰੂ ਹੋ ਗਈ ਵਰਲਡ ਵਾਰ 2 ਦੇ ਐਂਡ ਤੇ ਫਿਰ ਇਹਨਾਂ ਨੇ ਰੀਅਲਾਈਜ਼ ਕੀਤਾ ਕਿ ਇੱਕ ਐਸੀ ਸੰਸਥਾ ਹੋਣੀ ਚਾਹੀਦੀ ਹੈ ਇੰਟਰਨੈਸ਼ਨਲੀ ਜਿਹਦੇ ਕੋਲ ਸਾਰੇ ਹੀ ਮੈਂਬਰ ਨਾ ਹੋਣ ਜਿਹੜੇ ਵੀਟੋ ਵਾਲੇ ਆ ਸਿਰਫ ਤੇ ਸਿਰਫ ਉਹੀ ਬੰਦੇ ਉਹੀ ਨੇਸ਼ਨਸ ਹੋਣ ਜਿਹੜੀਆਂ ਤਕੜੀਆਂ ਆ ਜਿਹੜੀਆਂ ਕੁਝ ਕਰ ਸਕਦੀਆਂ ਹਾਂਜੀ ਤਕੜੀਆਂ ਵੀ ਉਹ ਹੋਣ ਜਿਹੜੀਆਂ ਜੇਤੂ ਆ ਜਦੋਂ ਜਰਮਨੀ ਹਾਰ ਗਈ ਸੀ ਜਾਪਾਨ ਹਾਰ ਗਿਆ ਸੀ ਇਟਲੀ ਹਾਰ ਗਈ ਸੀ ਤੇ ਇਹ ਵੀਟੋ ਪਾਵਰ ਨਹੀਂ ਹੋ ਸਕਦੀਆਂ ਕਿਉਂਕਿ ਇਹ ਤਾਂ ਹਾਰ ਗਏ ਜੀ ਫਿਰ ਨਵੇਂ ਯੂਨਾਈਟਿਡ ਨੇਸ਼ਨ ਜਦੋਂ ਬਣਾਇਆ ਗਿਆ ਫਿਰ ਇਹਨਾਂ ਨੇ ਸਿਕਿਉਰਿਟੀ ਕਾਉਂਸਲ ਦੇ 15 ਮੈਂਬਰ ਬਣਾਏ ਵੈਸੇ ਤਾਂ ਉਹਨਾਂ ਦੇ ਵਿੱਚੋਂ 5 ਦੇ ਕੋਲ ਵੀਟੋ ਆ ਚਾਈਨਾ ਕਿਉਂਕਿ ਚਾਂਗ ਕਾਈ ਸ਼ੇਕ ਉੱਥੇ ਪ੍ਰੈਜ਼ੀਡੈਂਟ ਸੀ ਉਹ ਸੀਗਾ ਅਮਰੀਕਾ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਵੀਟੋ ਦੇ ਦਿੱਤੀ ਹਾਲਾਂਕਿ ਉਹ ਬਾਅਦ ਦੇ ਵਿੱਚ ਤਾਇਵਾਨ ਨੱਠ ਗਿਆ ਉਹ ਤਾਇਵਾਨ ਦੇ ਕੋਲ ਵੀਟੋ ਰਹੀ ਫਿਰ ਫਰਾਂਸ ਦੇ ਕੋਲ ਰਹੀ ਹੈ ਯੂਨਾਈਟਿਡ ਕਿੰਗਡਮ ਦੇ ਕੋਲ USA ਦੇ ਕੋਲ ਰਹੀ ਹੈ ਤੇ ਸੋਵੀਅਤ ਯੂਨੀਅਨ ਦੇ ਕੋਲ ਵੀਟੋ ਰਹੀ ਹੈ ਇਹ 5 ਮੁਲਕਾਂ ਇਹ ਪ੍ਰੈਜ਼ੈਂਟ ਸਿਚੁਏਸ਼ਨ ਜਿਹੜੀ ਸਾਡੇ ਕੋਲ ਆ ਚੈਪਟਰ 7 ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੀਸ ਐਂਡ ਸਿਕਿਉਰਿਟੀ ਦੀ ਜ਼ਿੰਮੇਵਾਰ ਜਿਹੜੀ ਆ ਸਿਕਿਉਰਿਟੀ ਕਾਉਂਸਲ ਹੈ ਜੀ ਜੇ ਸਿਕਿਉਰਿਟੀ ਕਾਉਂਸਲ ਇੱਕ ਮਤਾ ਪਾਸ ਕਰ ਦੇਵੇ ਕਿ ਸਾਰੇ ਦੇਸ਼ਾਂ ਨੇ ਆਪਣੀਆਂ ਆਰਮੀਜ਼ ਭੇਜਣੀਆਂ ਫਲਾਣੇ ਦੇਸ਼ ਨੂੰ ਹਰਾਉਣ ਲਈ ਜਾਂ ਉਹਨੂੰ ਇੱਕ ਥਾਂ ਤੇ ਬੰਦ ਕਰਨ ਲਈ ਤਾਂ ਉਹ ਕਰ ਸਕਦੀ ਹੈ ਇਹ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਹੈ ਹਾਂਜੀ ਇਹਦੇ ਵਿੱਚ ਹੁਣ ਪਿੱਛੇ ਜਿਹਾ ਤੁਰਿਆ ਸੀ ਕਿ ਸਿਕਿਉਰਿਟੀ ਕਾਉਂਸਲ ਦੇ ਵਿੱਚ ਚੇਂਜਸ ਕੀਤੀਆਂ ਜਾਣ ਜੀ ਕਿਉਂਕਿ ਇੱਕ ਜ਼ਮਾਨੇ 'ਚ ਤਾਂ ਤੁਸੀਂ ਇਨਕਲੂਡ ਨਹੀਂ ਕੀਤਾ ਜਰਮਨੀ ਨੂੰ ਕਿਉਂਕਿ ਉਹ ਦੁਸ਼ਮਣ ਕੈਂਪ ਦੇ ਵਿੱਚ ਸੀ ਹਾਂਜੀ ਪਰ ਹੁਣ ਤਾਂ ਉਹ ਤਕੜੇ ਹੋਏ ਆ ਡੈਮੋਕ੍ਰੈਟਿਕ ਆ ਉਹਨਾਂ ਨੂੰ ਵੀ ਰੱਖੋ ਤੁਸੀਂ ਜਾਪਾਨ ਵਾਲਿਆਂ ਨੂੰ ਵੀ ਰੱਖੋ ਕਿਉਂਕਿ ਜਾਪਾਨ ਇੱਕ ਮੇਜਰ ਇਕਨੋਮਿਕ ਪਾਵਰ ਹੈ ਇੰਡੀਆ ਵਾਲੇ ਵੱਡੀ ਪਾਵਰ ਹੈ ਬ੍ਰਾਜ਼ੀਲ ਵਾਲੇ ਵੱਡੀ ਪਾਵਰ ਹੈ ਸਾਊਥ ਅਫਰੀਕਾ ਇੱਕ ਵੱਡੀ ਪਾਵਰ ਹੈ ਤੇ ਉਹ ਪਰ ਸਵਾਲ ਤਾਂ ਇਹ ਆ ਜਾਂਦਾ ਨਾ ਵੀ ਬਿੱਲੀ ਦੇ ਘਰ ਟੱਲੀ ਕੌਣ ਪਾਵੇ 5 ਜਿਹੜੇ ਨੇਸ਼ਨਸ ਆ ਜਿਨ੍ਹਾਂ ਦੇ ਕੋਲ ਵੀਟੋ ਆ ਉਹਨਾਂ ਨੇ ਉਹ ਵੀਟੋ ਕਰ ਦਿੰਦੇ ਕਿ ਇਹਨਾਂ ਨੂੰ ਅਸੀਂ ਨਹੀਂ ਰੱਖਣ ਦੇਣਾ ਜਿੱਦਾਂ ਚੀਨ ਵਾਲੇ ਆ ਉਹ ਕਦੇ ਨਹੀਂ ਚਾਹਣਗੇ ਇੰਡੀਆ ਤੇ ਜਾਪਾਨ ਵਾਲਿਆਂ ਦੇ ਕੋਲ ਵੀ ਵੀਟੋ ਹੋਵੇ ਹਾਂਜੀ ਤਾਂ ਫੈਸਲਾ ਉਹਨਾਂ ਨੇ ਕਰਨਾ ਜੀ ਕਿ ਇਹਨਾਂ ਨੂੰ ਵੀਟੋ ਪਾਵਰ ਦੇਣੀ ਜਾਂ ਨਹੀਂ ਦੇਣੀ ਸਿਕਿਉਰਿਟੀ ਕਾਉਂਸਲ ਰੱਖਣਾ ਜਾਂ ਨਹੀਂ ਰੱਖਣਾ ਇਹ ਫੈਸਲਾ ਚਾਈਨਾ ਨੇ ਕਰਨਾ ਤੇ ਉਹ ਚਾਹੁੰਦੇ ਨਹੀਂ ਹੈਗੇ ਫੈਸਲਾ ਉਹ ਚਾਹੁੰਦੇ ਨਹੀਂ ਇਦਾਂ ਅਮਰੀਕਾ ਵਾਲੇ ਵੀ ਨਹੀਂ ਚਾਹੁੰਦੇ ਕਈ ਦੇਸ਼ਾਂ ਨੂੰ ਇੰਗਲੈਂਡ ਵਾਲੇ ਨਹੀਂ ਚਾਹੁੰਦੇ ਕਦੇ ਜਰਮਨੀ ਵਿੱਚ ਆ ਜਾਵੇ ਫਰਾਂਸ ਵਾਲੇ ਨਹੀਂ ਚਾਹੁੰਦੇ ਜਰਮਨੀ ਵਿੱਚ ਆ ਜਾਵੇ ਸੋ ਇਹ ਪੰਗਾ ਇਹਨਾਂ ਦੀ ਪਿਆ ਇਹ ਜ਼ੈਲੈਂਸਕੀ ਨੂੰ ਸ਼ਾਇਦ ਪੋਲੀਟੀਕਲ ਸਾਇੰਸ 101 ਪੜਾਉਣੀ ਪੈਣੀ ਹੈ ਕਿ ਰਸ਼ੀਆ ਨੂੰ ਕੱਢਿਆ ਨਹੀਂ ਜਾ ਸਕਦਾ ਹਾਂ ਹੋਰ ਤੀਜੀ ਦੁਨੀਆ ਦੀ ਜੰਗ ਹੋਏ ਜੇ ਬਚ ਜਾਣ ਤਾਂ ਉਦੋਂ ਬਾਅਦ ਬਚਣ ਦਾ ਕੋਈ ਚਾਂਸ ਨਹੀਂ ਹੈ
ਉਦੋਂ ਬਾਅਦ ਕੋਈ ਨਵੀਂ ਸੰਸਥਾ ਪੈਦਾ ਕਰ ਲੈਣ, ਉਹਦੇ ਵਿੱਚ ਰਸ਼ੀਆ ਨਾ ਹੋਵੇ, ਇਹ ਹੋ ਨਹੀਂ ਸਕਦਾ। ਹਾਂਜੀ, ਕਿਉਂਕਿ ਇਸ ਵੇਲੇ ਰਸ਼ੀਆ ਦੇ ਕੋਲ ਅਮਰੀਕਾ ਜਿੰਨੇ ਹੀ ਨਿਊਕਲੀਅਰ ਵਾਰਹੈਡਸ ਆ। ਜੀ, ਜੇ ਕੋਈ ਦੇਸ਼ ਇਸ ਧਰਤੀ ਨੂੰ ਤਬਾਹ ਕਰ ਸਕਦਾ, ਉਹ ਜਾਂ ਰਸ਼ੀਆ ਵਾਲੇ ਕਰ ਸਕਦੇ ਜਾਂ ਅਮਰੀਕਾ ਵਾਲੇ ਕਰ ਸਕਦੇ। ਹਾਂਜੀ, ਇਹਨਾਂ ਕੰਟਰੀਜ਼ ਨੂੰ ਕਿੱਦਾਂ ਇਗਨੋਰ ਕਰੋਗੇ ਤੁਸੀਂ? ਜੀ ਬਿਲਕੁਲ। ਸੋ ਇਹ ਉਹਨਾਂ ਦੀ ਮੰਗ ਕਿ ਰਸ਼ੀਆ ਵਾਲਿਆਂ ਨੂੰ ਬਾਹਰ ਕੱਢ ਦਿਓ, ਇਹ ਇੱਕ ਪਾਈਪ ਡ੍ਰੀਮ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਨਾ। ਹਾਂਜੀ, ਉਹ ਆ। ਹਾਂ, ਗੁੱਸਾ ਤਾਂ ਉਹਨਾਂ ਨੂੰ ਆਇਆ। ਗੁੱਸਾ ਤਾਂ ਇਸ ਗੱਲ ਦਾ ਵੀ ਆਉਂਦਾ ਹੋਣਾ ਵੀ ਜਦੋਂ ਮੈਨੂੰ ਕਹਿੰਦੇ ਸੀ ਨੇਟੋ ਦਾ ਮੈਂਬਰ ਨਾ ਬਣ, ਤੇ ਉਦੋਂ ਤਾਂ ਮੈਂ ਆਕੜ ਗਿਆ। ਹੁਣ ਇੰਨੇ ਬੰਦੇ ਮਰਾ ਕੇ ਹੁਣ ਮੈਂ ਮੰਨਣ ਡਿਆ ਨੇਟੋ ਦਾ ਮੈਂਬਰ। ਨੀਂਦ ਵੀ ਨਹੀਂ ਆਉਂਦੀ ਹੋਣੀ ਉਸ ਬੰਦੇ ਨੂੰ। ਜੀ, ਟੀਕੇ ਲਾ ਕੇ ਸੁਣਾਉਂਦੇ ਹੋਣੇ। ਵੈਸੇ ਵੀ ਨਾ ਉਹਨਾਂ ਨੇ ਚਲੋ ਜਿਹੜਾ ਤਾਂ ਬੋਲਣਾ ਸੀਗਾ, ਉਹ ਤੋਂ ਇਲਾਵਾ ਉਹਨਾਂ ਨੇ ਵੀਡੀਓਜ਼, ਪਿਕਚਰਸ ਵਗੈਰਾ ਸਾਰਾ ਕੁਝ ਉੱਥੇ ਸ਼ੋਅ ਕਰਕੇ ਬਹੁਤ ਜ਼ਿਆਦਾ ਇਮੋਸ਼ਨਲੀ ਅਪੀਲ ਕੀਤੀ ਕਿ ਇੰਨਾ ਜ਼ਿਆਦਾ ਉਹਨਾਂ ਨੇ ਨੁਕਸਾਨ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਤੇ ਇਸਲਾਮਿਕ ਸਟੇਟ ਦੇ ਵਿੱਚ ਜਿਹੜੇ ਅੱਤਵਾਦੀ ਹੁੰਦੇ ਉਹ ਵੀ ਇੰਨਾ ਨੁਕਸਾਨ ਨਹੀਂ ਕਰਦੇ ਹੈਗੇ, ਉਹ ਵੀ ਇਹੋ ਜਿਹਾ ਕਤਲੋ ਗਾਰਤ ਨਹੀਂ ਕਰਦੇ, ਇਹ ਵੀ ਉਹਨਾਂ ਨੇ ਉੱਥੇ ਕਿਹਾ ਸੀ। ਰਸ਼ੀਆ ਵਾਲਿਆਂ ਦੀ ਮੰਗ ਸੀਗੀ ਸਿਕਿਉਰਿਟੀ ਕਾਉਂਸਲ ਨੂੰ ਕਿ ਤੁਸੀਂ ਇੱਕ ਇੰਡੀਪੈਂਡੈਂਟ ਕਮਿਸ਼ਨਰ ਭੇਜੋ। ਹਾਂਜੀ, ਤੇ ਉਹ ਇਨਵੈਸਟੀਗੇਸ਼ਨ ਕਰਨ ਵੀ ਕੀਤਾ ਕਿਵੇਂ ਕੀਤਾ ਹੈ। ਤੁਸੀਂ ਬਹੁਤ ਏਜੰਸੀਆਂ ਜਿਹੜੀਆਂ ਖੁਦ ਹੀ ਕੰਮ ਕਰਕੇ, ਖੁਦ ਬੰਦੇ ਮਾਰ ਕੇ, ਵੀਡੀਓ ਬਣਾ ਕੇ ਦੂਜਿਆਂ ਨੂੰ ਇਲਜ਼ਾਮ ਦਿੰਦੀਆਂ। ਜੀ, ਕੀ ਇਹ ਗੱਲ ਹੋਈ ਆ ਜਾਂ ਨਹੀਂ ਹੋਈ ਆ, ਉਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗਣਾ। ਜੀ, ਜੀ, ਵੀਡੀਓ ਬਣਾ ਕੇ ਕਿਸੇ ਨੇ ਪੇਸ਼ ਕਰਤੀਆਂ, ਇਹਦਾ ਮਤਲਬ ਕੁਝ ਨਹੀਂ। ਜੀ, ਤੇ ਬ੍ਰਿਟਿਸ਼ ਮਿਸ਼ਨ ਨੇ ਵੀ ਇਹੀ ਕਿਹਾ ਸੀ ਕਿ ਸੁਰੱਖਿਆ ਕੌਂਸਲ ਦੀ ਅਗਵਾਈ ਕਰਦੇ ਬਰਤਾਨੀਆ ਵੀ ਇਹ ਯਕੀਨੀ ਬਣਾਊਗਾ ਕਿ ਜਿਹੜੇ ਰੂਸ ਦੇ ਜੰਗੀ ਅਪਰਾਧਾਂ ਦੀ ਸੱਚਾਈ ਉਹ ਸਾਹਮਣੇ ਆਵੇ। ਉਹਨਾਂ ਨੇ ਵੀ ਇਨਵੈਸਟੀਗੇਸ਼ਨ ਦੀ ਵੈਸੇ ਗੱਲ ਕਹੀ ਆ ਕਿ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਇਹਦੀ ਇਨਵੈਸਟੀਗੇਸ਼ਨ ਕਰਨ ਲਈ UN ਦਾ ਇੱਕ ਅੰਗ ਹੈ ਜਿਹੜੀ ਕਿ ਇਹਨਾਂ ਦੀ ਇੰਟਰਨੈਸ਼ਨਲ ਕੋਰਟ ਬਣਾਈ ਹੈ। ਉਹਨਾਂ ਦੇ ਮੈਂਬਰਸ ਨੂੰ ਕਹਿ ਦੇਣਾ ਚਾਹੀਦਾ ਕਿ ਇੱਕ ਇਨਵੈਸਟੀਗੇਸ਼ਨ ਟੀਮ ਬਣਾਓ, ਉੱਥੇ ਜਾਵੇ। ਹੁਣ ਲੜਾਈ ਹੋ ਰਹੀ ਆ, ਉੱਥੇ ਇਨਵੈਸਟੀਗੇਸ਼ਨ ਕਰਨੀ ਵੀ ਤੁਸੀਂ ਕਿੱਦਾਂ ਹੈ? ਜੀ ਬਿਲਕੁਲ। ਕਿਹਦੀ ਇਨਵੈਸਟੀਗੇਸ਼ਨ ਕਿੱਦਾਂ ਕਰੋਗੇ? ਹਾਂਜੀ, ਹਾਂਜੀ। ਤੇ ਉਹ ਜੇ ਤੁਸੀਂ ਇਨਵੈਸਟੀਗੇਸ਼ਨ ਕਰਨੀ ਆ ਤਾਂ ਉੱਥੇ ਸ਼ਾਂਤੀ ਹੋਣੀ ਚਾਹੀਦੀ ਹੈ। ਹਾਂਜੀ। ਲੜਾਈ 'ਚ ਕਿਹੜਾ ਜਾਂਦਾ ਮੈਨੂੰ ਭੇਜਣਗੇ ਵੀ ਫਲਾਣੇ ਤੇ ਚੱਲ ਜਾ, ਉਧਰੋਂ ਟੈਂਕ ਵਾਲੇ ਗੋਲੇ ਚਲਾਉਣ ਲੱਗੇ ਹੋਣ, ਜਾਣ ਨੂੰ ਦਿਲ ਕਰਦਾ ਕਿਤੇ ਕਿਸੇ ਦਾ। ਸੋ ਇਨਵੈਸਟੀਗੇਸ਼ਨ ਲਈ ਪੀਸ ਦੀ ਲੋੜ ਹੈ। ਉਹ ਕੀ ਕਹਿੰਦੇ ਨੇ, ਮੁਰਗੀ ਪਹਿਲਾਂ ਆਊਗੀ ਕਿ ਆਂਡਾ ਪਹਿਲਾਂ ਆਊਗਾ? ਇਹ ਵੀ ਡਿਲੇਮਾ ਹੈ ਨਾ। ਜੀ ਬਿਲਕੁਲ। ਵੈਸੇ ਇੱਕ ਗੱਲ ਤਾਂ ਹੈ, ਇਨਵੈਸਟੀਗੇਸ਼ਨ ਦੀ ਸਾਰੀ ਮੰਗ ਕਰ ਰਹੇ ਪੂਰੇ ਕੌਨਫੀਡੈਂਸ ਦੇ ਨਾਲ ਹੀ ਕਿ ਇਨਵੈਸਟੀਗੇਸ਼ਨ ਕਰੋ, ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸੱਚ ਆ। ਜੀ। ਬੈਂਕ ਆਫ ਰਸ਼ੀਆ ਨੇ 골ਡ ਪਰਚੇਜ਼ ਇਸ ਹਫ਼ਤੇ ਡਾਕਟਰ ਸਾਹਿਬ ਫਿਰ ਤੋਂ ਸ਼ੁਰੂ ਕਰ ਦਿੱਤੀ ਆ। ਜੇਕਰ ਉਹਨਾਂ ਨੇ ਆਪਣੀਆਂ ਕਮੋਡਿਟੀਜ਼ ਨੂੰ ਰੂਬਲ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਤਾਂ ਇਹਦਾ ਅਸਰ ਕੀ ਹੋਊਗਾ? ਉਹ ਇੱਕ ਕਿਆਸ ਰਾਏ ਲਾ ਰਹੇ ਆ ਕਰੰਸੀ ਐਕਸਚੇਂਜ ਕਰਨ ਵਾਲੇ ਕਿ ਸ਼ਾਇਦ ਰਸ਼ੀਅਨ ਗਵਰਨਮੈਂਟ ਦੀ ਇਹ ਪਾਲਿਸੀ ਹੋਵੇ ਕਿ ਅਸੀਂ ਰੂਬਲ ਨੂੰ 골ਡ ਸਟੈਂਡਰਡ ਨਾ ਬਣਾ ਦੇਣਾ ਸੀ, ਕਿਉਂਕਿ ਲਾਸਟ ਕਰੰਸੀ ਜਿਹੜੀ 골ਡ ਸਟੈਂਡਰਡ ਦੀ ਸੀ ਉਹ ਸੀ US ਡਾਲਰ। ਹਾਂਜੀ। ਇਹਨਾਂ ਨੇ 1971 ਚ ਖਤਮ ਕਰ ਦਿੱਤਾ। ਉਦੋਂ ਪਹਿਲਾਂ ਇੱਕ ਵਧੀਆ ਰੇਟ ਸੀ ਕਿ $35 ਦੇ ਵਿੱਚ ਤੁਹਾਨੂੰ ਸੋਨਾ ਮਿਲ ਜਾਂਦਾ, ਸੋਨੇ ਦਾ ਇੱਕ ਔਂਸ। ਉਸ ਤੋਂ ਬਾਅਦ ਇਹਨਾਂ ਨੇ ਨਿਕਸਨ ਨੇ ਫੈਸਲਾ ਕਰ ਲਿਆ ਕਿ ਮੈਂ ਤਾਂ ਹੋਰ ਡਾਲਰ ਪ੍ਰਿੰਟ ਕਰਨੇ, ਇਸ ਕਰਕੇ ਅਸੀਂ 골ਡ ਸਟੈਂਡਰਡ ਰੱਖ ਨਹੀਂ ਸਕਦੇ। ਤੇ ਜੇ 골ਡ ਸਟੈਂਡਰਡ ਉਹਨੇ ਕਰ ਲਿਆ ਤੇ ਫਿਰ ਪਹਿਲੀਆਂ ਖਬਰਾਂ ਜਿੱਦਾਂ ਪੋਲਿਸ਼ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਰੂਬਲ ਤਾਂ ਉਹਨਾਂ ਦਾ ਫੇਰ ਬਰਾਬਰ ਆ ਗਿਆ। ਮਤਲਬ ਜੋ ਯੂਕਰੇਨ ਲੜਾਈ ਤੋਂ ਪਹਿਲਾਂ ਸੀ ਉਹਦੀ ਕੀਮਤ ਅੱਜ ਵੀ ਉਹੀ ਆ। ਹਾਂਜੀ। ਜੇ 골ਡ ਸਟੈਂਡਰਡ ਕਰ ਦਿੰਦੇ ਆ ਫਿਰ ਜ਼ਿਆਦਾ, ਫਿਰ ਹੋਰ ਦੇਸ਼ਾਂ ਦੇ ਵੀ ਲੋਕ ਉੱਥੇ ਇਨਵੈਸਟ ਕਰਨਗੇ ਰੱਖਣ ਲਈ ਕਿ ਰੂਬਲ ਸਾਡੇ ਕੋਲ ਹੋਵੇ, 골ਡ ਸਟੈਂਡਰਡ ਆ, ਉਨਾ 골ਡ ਸਾਨੂੰ ਮਿਲ ਜਾਣਾ। ਤੇ ਇਹਨਾਂ ਦੇ ਸੈਂਕਸ਼ਨ ਫਿਰ ਕੀ ਕਰਨਗੇ? ਹਾਂਜੀ। ਮੇਰਾ ਖਿਆਲ ਜ਼ੈਲੈਂਸਕੀ ਦਾ ਕੱਲ ਜੇ ਤੁਸੀਂ ਦੇਖਦੇ ਸੀ ਉਹਨਾਂ ਦੀ ਸਪੀਚ, ਇੱਕ ਗੁੱਸਾ ਇਹ ਵੀ ਸੀ ਕਿ ਉਹ ਸੈਂਕਸ਼ਨ ਕੰਮ ਨਹੀਂ ਕਰਦੇ। ਹਾਂਜੀ, ਹੈ ਸੀ ਗੁੱਸਾ ਦੇਖਣ ਨੂੰ ਮਿਲ ਰਿਹਾ ਸੀ। ਸੈਂਕਸ਼ਨ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਜਿਹੜੇ ਵੱਖ-ਵੱਖ ਦੇਸ਼ ਇਦਾਂ ਕਰਦੇ ਆ, ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਆ ਉਹ ਲਈ ਜਾਂਦੇ ਰਸ਼ੀਆ ਤੋਂ, ਜਿਹੜੀ ਨਹੀਂ ਚਾਹੀਦੀ ਉਹਦੇ ਬਾਰੇ ਸੈਂਕਸ਼ਨ ਲਾਉਂਦੇ, ਉਹਦੇ ਤੇ ਸੈਂਕਸ਼ਨ ਲਾਉਂਦੇ, ਜਿਹਦਾ ਫਿਰ ਕੋਈ ਮਤਲਬ ਨਹੀਂ, ਜਿਹਦਾ ਕੋਈ ਮਤਲਬ ਨਹੀਂ। ਤੇ ਇਸੇ ਕਰਕੇ ਉਹ ਕਹਿੰਦੇ ਵੀ ਸੈਂਕਸ਼ਨ ਕੰਮ ਨਹੀਂ ਕਰਦੇ। ਸਿਕਿਉਰਿਟੀ ਕੌਂਸਲ ਇਹ ਸਾਂਭੀ ਬੈਠੇ ਆ
ਜੇ ਕੋਈ ਰੈਜ਼ੋਲੂਸ਼ਨ ਸਾਡੇ ਹੱਕ 'ਚ ਲੈ ਕੇ ਆਉਂਦੇ ਤਾਂ ਰਸ਼ੀਆ ਵਾਲੇ ਇੱਕਦਮ ਉਹਨੂੰ ਵੀਟੋ ਕਰ ਦਿੰਦੇ ਆ। ਇੱਕ ਪਿੰਡ ਦੀ ਗੱਲ ਸੁਣਾਉਂਦੇ ਹੁੰਦੇ, ਕਹਿੰਦੇ ਕਿ ਕੋਈ ਬੰਦਾ ਕਿਤੇ ਦਿੱਲੀ ਨੂੰ ਜਾਣਾ ਸੀ, ਉਹਨੇ ਹਾਂਜੀ ਮਨ ਦੇ ਵਿੱਚ ਹੁੰਦੀਆਂ ਨਾ, ਪਿੰਡਾਂ ਦੇ ਵਿੱਚ ਇਹ ਹੁੰਦੀ ਕਿ ਜਦੋਂ ਤੁਸੀਂ ਸ਼ਹਿਰ ਜਾ ਕੇ ਆਉਨੇ ਫਿਰ ਪਿੰਡਾਂ ਵਾਲੇ ਲਾੜਦਿਆਂ ਨੂੰ ਬੰਦਿਆਂ ਨੂੰ ਸੱਥ 'ਚ ਬਹਿ ਕੇ ਗੱਲ ਸੁਣਾਉਣੀ, ਮਜ਼ਾ ਉਹਦਾ ਹੁੰਦਾ, ਮਜ਼ਾ ਦਿੱਲੀ ਜਾਣ ਦਾ ਨਹੀਂ ਹੁੰਦਾ। ਮਜ਼ਾ ਉਹ ਜ਼ਿਆਦਾ ਆਉਂਦਾ ਕਿਉਂਕਿ ਉਹ 6 ਮਹੀਨੇ ਸੁਣਾਉਂਦੇ ਰਹਿੰਦੇ ਫਿਰ। ਹਾਂਜੀ ਉਹਨੇ ਬੰਦੇ ਨੇ ਸੋਚਿਆ ਕਿ ਫਗਵਾੜੇ ਤੋਂ ਚੜੂੰਗਾ, ਮੈਂ ਲੁਧਿਆਣੇ ਜਾਊਂਗਾ, ਲੁਧਿਆਣੇ ਜਾ ਕੇ ਚਾਹ ਦਾ ਕੱਪ ਪੀਊਂਗਾ, ਇੱਥੇ ਆ ਕੇ ਦੱਸੂਗਾ ਵੀ ਚਾਹ ਦਾ ਕੱਪ ਕਿੰਨਾ ਸੋਹਣਾ, ਸਟੇਸ਼ਨ ਤੇ ਚਾਹ ਵਧੀਆ ਮਿਲਦੀ ਸੀ। ਉਹ ਚਾਹ ਦੀਆਂ ਫਿਰ ਚੁਸਕੀਆਂ ਲੈ ਲੈ ਕੇ, ਗੱਲਾਂ ਵੀ ਚੁਸਕੀਆਂ ਲੈ ਲੈ ਕੇ ਦੱਸਦੇ ਹੁੰਦੇ ਆ। ਫਿਰ ਅੰਬਾਲੇ ਜਾਊਂਗਾ, ਅੰਬਾਲੇ ਕਹਿੰਦੇ ਖੜ ਜਾਂਦੀ ਹੈ ਗੱਡੀ, ਉੱਥੇ ਪਕੌੜੇ ਖਾਊਂਗਾ ਨਾਲ ਚਾਹ ਦੇ। ਉਸ ਤੋਂ ਬਾਅਦ ਕਹਿੰਦੇ ਪਾਣੀਪਤ ਖੜ ਜਾਂਦੀ ਹੈ, ਪਾਣੀਪਤ ਦੇ ਵਿੱਚ ਨਾਲ ਟਿੱਕੀਆਂ ਖਾਊਂਗਾ। ਤੇ ਫਿਰ ਕਹਿੰਦਾ ਆ ਕੇ ਪਿੰਡ 'ਚ ਦੱਸਾਂਗੇ। ਤੇ ਉਹ ਕੁਦਰਤੀ ਜਦੋਂ ਫਗਵਾੜੇ ਤੋਂ ਚੜ੍ਹਿਆ ਤਾਂ ਉਹਦਾ ਬਿਲਕੁਲ ਜਿਹੜੀ ਸੀਟ, ਜਿਹੜੀ ਉਹਨੂੰ ਜਗ੍ਹਾ ਮਿਲੀ, ਉਹ ਬਿਲਕੁਲ ਆਖਰੀ ਜਿਹੜਾ ਡੱਬਾ ਸੀ ਉਹ 'ਚ ਮਿਲੀ। ਤੇ ਉਹ ਲੁਧਿਆਣੇ ਜਾ ਕੇ ਪਹੁੰਚਿਆ ਤਾਂ ਉਹ ਜਿਹੜਾ ਆਖਰੀ ਡੱਬੇ ਜਿਹੜੇ 2-3 ਸੀਗੇ ਉਹ ਪਲੇਟਫਾਰਮ ਤੋਂ ਪਿੱਛੇ ਹੀ। ਹੁਣ ਉੱਥੇ ਉਤਰ ਕੇ ਜਾ ਕੇ ਚਾਹ ਲੈਣ ਤਾਂ ਜਾ ਨਹੀਂ ਸਕਦਾ ਸੀ, ਇੰਨਾ ਚਿਰ ਖੜ੍ਹਨੀ ਨਹੀਂ ਸੀ। ਤੇ ਚਾਹ ਵੇਚਣ ਵਾਲੇ ਤੇ ਪਲੇਟਫਾਰਮ ਤੇ ਤੁਰੇ ਫਿਰਦੇ ਆ, ਤੇ ਉਹ ਉੱਥੇ ਤਾਂ ਹੀ ਆਉਂਦੇ ਹੀ ਨਹੀਂ। ਲੁਧਿਆਣੇ ਜਾ ਕੇ ਉਹਨੂੰ ਚਾਹ ਨਹੀਂ ਮਿਲੀ, ਉਹਦਾ ਜਿਹੜਾ ਸੁਪਨਾ ਵੈਸੇ ਹੀ ਰਹਿ ਗਿਆ। ਉਹਨੇ ਫਿਰ ਅੰਬਾਲੇ ਜਾ ਕੇ ਸੋਚਿਆ ਵੀ ਚੱਲ ਹੁਣ ਇੱਥੇ 2 ਕੱਪ ਪੀ ਲਊਂਗਾ, ਨਾਲ ਪਕੌੜੇ ਖਾ ਲਊਂਗਾ। ਉੱਥੇ ਫਿਰ ਉਹ ਇਦਾਂ ਹੀ ਹੋਇਆ, ਪਲੇਟਫਾਰਮ ਤੋਂ ਫਿਰ ਪਿੱਛੇ ਹੀ ਉਹਨੂੰ ਬੜਾ ਗੁੱਸਾ ਆਇਆ। ਫਿਰ ਗਿਆ ਪਾਣੀਪਤ, ਉੱਥੇ ਵੀ ਉਹਦੀ ਪਿੱਛੇ ਜਾ ਕੇ ਦਿੱਲੀ ਬਹੁਤ ਰੌਲਾ ਪਾਇਆ। ਕਹਿੰਦਾ ਸ਼ਿਕਾਇਤ ਘਰ ਕਿੱਥੇ ਹੈ, ਸ਼ਿਕਾਇਤ ਘਰ ਕਿੱਥੇ, ਮੈਂ ਸ਼ਿਕਾਇਤ ਲਾਉਣੀ ਹੈ। ਸ਼ਿਕਾਇਤ ਘਰ ਵਾਲੇ ਬਾਬੂ ਨੇ ਉਹਨੂੰ ਕਿਹਾ ਵੀ ਭਾਈ ਦੱਸ ਕੀ ਗੱਲ ਹੋਈ ਹੈ। ਉਹ ਕਹਿੰਦਾ ਤੁਸੀਂ ਮੈਨੂੰ ਪਿਛਲੇ ਅਖੀਰਲੇ ਡੱਬੇ 'ਚ ਪਾਇਆ ਸੀ, ਬਿਠਾ ਲਿਆ। ਪਹਿਲੀ ਗੱਲ ਤਾਂ ਅਖੀਰਲਾ ਡੱਬਾ ਹੀ ਨਹੀਂ ਹੋਣਾ ਚਾਹੀਦਾ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਅਖੀਰਲਾ ਡੱਬਾ ਤਾਂ ਹਰੇਕ ਗੱਡੀ ਦਾ ਹੋਣਾ ਹੈ, ਚਾਹੇ 3 ਹੀ ਡੱਬੇ ਹੋਣ, ਅਖੀਰਲਾ ਤਾਂ ਹੋਣਾ ਹੀ ਹੈ। ਹਾਂਜੀ ਇਹ ਕਿੱਦਾਂ ਹੋ ਸਕਦਾ? ਚਲੋ ਕਹਿੰਦਾ ਏਦਾਂ ਕਰਦੇ ਆ, ਜੇ ਅਖੀਰਲਾ ਡੱਬਾ ਹੋਵੇ ਤਾਂ ਗੱਭੇ ਹੋਵੇ। ਅਖੀਰਲਾ ਡੱਬਾ ਗੱਭੇ। ਜ਼ੈਲੈਂਸਕੀ ਦੀ ਇਹ ਆਵਾਜ਼ ਸੀ ਕਿ ਰਸ਼ੀਆ ਵਾਲੇ ਮੈਂਬਰ ਨਾ ਹੋਣ, ਵੀਟੋ ਨਾ ਹੋਵੇ, ਇਹ ਅਖੀਰਲਾ ਡੱਬਾ ਨਾ ਹੀ ਹੋਵੇ। ਹਾਂਜੀ ਤੇ ਉਹ ਇਹ ਸਾਰਾ ਗੁੱਸਾ ਉਹਨਾਂ ਨੂੰ ਆਲੇ ਦੁਆਲੇ ਦੇਖੇ ਤੇ ਆ ਰਿਹਾ। ਇੱਕ ਤਾਂ ਗੁੱਸਾ ਆਪਣੇ ਆਪ ਤੇ ਵੀ ਆਉਂਦਾ ਹੋਣਾ ਵੀ ਮੈਂ ਪਹਿਲਾਂ ਮੰਨ ਜਾਂਦਾ ਚੰਗਾ ਸੀ, ਹੁਣ ਉਹ ਹੋਰ ਮੰਗਾਂ ਮੰਗਣ ਲੱਗੇ। ਹਾਂਜੀ ਹੁਣ ਜਰਾ ਜ਼ਿਆਦਾ ਇਨਸਲਟ ਹੋਣੀ ਹੈ। ਬਾਕੀ ਦੂਸਰਾ ਇਹ ਵੀ ਸੀ ਨਾ, ਉਹਨਾਂ ਨੂੰ ਵੈਸਟ ਤੇ ਮਾਣ ਵੀ ਬਹੁਤ ਸੀ। ਹੁਣ ਇੱਕ ਇੰਟਰਵਿਊ ਤੇ ਉਹਨਾਂ ਨੇ ਕਿਹਾ ਕਿ ਵਾਕਿਆ ਹੀ ਮੈਂ ਸੋਚਦਾ ਸੀ ਕਿ ਨੇਟੋ ਮੈਂਬਰਸ ਨੇ ਮੇਰੀ ਡਿਫੈਂਸ ਤੇ ਆ ਜਾਣਾ। ਹਾਂਜੀ ਤੇ ਇਸੇ ਕਰਕੇ ਮੈਂ ਜਾਣਾ ਕਮੇਡੀਅਨ ਨੂੰ ਇੱਕ ਪ੍ਰੈਜ਼ੀਡੈਂਟ ਬਣਾਤਾ। ਉਹਨੂੰ ਇਹੀ ਨਹੀਂ ਸੀ ਪਤਾ ਕਿ ਨੇਟੋ ਵਾਲੇ ਤਾਂ ਗੱਲਾਂ ਹੀ ਕਰਦੇ ਹੁੰਦੇ, ਗੱਲਾਂ ਬਾਤਾਂ ਦੇ। ਉਹੀ ਤਾਂ ਹੀ ਕਰਕੇ ਤਾਂ ਨਜ਼ਲਾਂ ਪਹਿਲਾਂ ਵੀ ਝਾੜਦੇ ਸੀ ਨਾ ਵੀ ਮੇਰੇ ਲਈ ਕੁਛ ਉਹ ਭੇਜ ਨਹੀਂ ਰਹੇ ਹੈਗੇ, ਲੜਾਕੂ ਜਹਾਜ਼ ਨਹੀਂ ਭੇਜ ਰਹੇ ਹੈਗੇ, ਹੈਲਪ ਨਹੀਂ ਕਰ ਰਹੇ, ਸਿਰਫ ਗੱਲਾਂ ਬਾਤਾਂ ਹੀ ਨੇ। ਤੇ ਉਹਨਾਂ ਕਹਿ ਤਾਂ ਰਿਹਾ ਸੀ ਕਿ ਵੈਸਟ ਵਿੱਚ ਇੰਨੀ ਹਿੰਮਤ ਹੈ ਨਹੀਂ। ਕੱਲ ਉਹਨਾਂ UN ਵਾਲਿਆਂ ਨੂੰ ਬੇਸਿਕਲੀ ਇਹ ਪੰਜਾਬੀ ਹੁੰਦੇ ਬੋਲਦੇ ਤਾਂ ਏਦਾਂ ਹੀ ਕਹਿਣਾ ਸੀ, ਤੁਸੀਂ ਚੱਪਣੀ 'ਚ ਨੱਕ ਡੋਬ ਕੇ ਮਰ ਜਾਓ। ਹਾਂਜੀ ਵੈਸੇ ਤੁਹਾਡੀ ਗੱਲ ਬਿਲਕੁਲ ਸਹੀ ਹੈ। ਜੋ ਹਾਲਾਤ ਬਣੇ ਹੋਏ ਸੀ ਨਾ ਉਹਨਾਂ ਦੇਖਣ ਤੋਂ ਬਾਅਦ ਤਾਂ ਇਹੀ ਲੱਗਦਾ। ਡਾਕਟਰ ਸਾਹਿਬ ਇੱਕ ਟਾਪ ਵਾਲ ਸਟਰੀਟ ਬੈਂਕਰ ਆ, ਉਹਨਾਂ ਨੇ US ਇਕਨੋਮੀ ਦੇ ਖਤਰਿਆਂ ਬਾਰੇ ਜਾਣਕਾਰੀ ਦਿੱਤੀ ਆ। ਯੂਨਾਈਟਿਡ ਸਟੇਟਸ JP Morgan ਚੀਫ ਐਗਜ਼ੈਕਟਿਵ ਆ ਜਿਹੜੇ ਜੇਮੀ ਡਾਇਮੋਨ, ਉਹਨਾਂ ਨੇ ਨਾ ਆਪਣੇ ਸ਼ੇਅਰ ਹੋਲਡਰਸ ਨੂੰ ਇੱਕ ਲੈਟਰ ਲਿਖੀ ਆ। ਉਸ ਲੈਟਰ ਦੇ ਵਿੱਚ ਕੀ ਲਿਖਿਆ ਉਹਨਾਂ ਨੇ ਜਿਹੜਾ ਕਿ ਵੱਖ-ਵੱਖ ਇਕੋਨਮਿਸਟ, ਵੱਖ-ਵੱਖ ਬਿਊਰੋਕਰੇਟਸ ਦੱਸ ਰਹੇ ਆ ਕਿ ਪਹਿਲਾਂ ਵਾਲੀਆਂ ਗੱਲਾਂ ਭੁੱਲ ਜਾਓ ਤੁਸੀਂ, ਕਿ ਮਿਡਲ ਕਲਾਸ ਹੁੰਦੀ ਸੀ, ਮਿਡਲ ਕਲਾਸ ਦੇ ਵਿੱਚੋਂ ਉਹਨਾਂ ਦੇ ਕੋਲ ਘਰ ਹੁੰਦਾ ਸੀ, ਉਹਨਾਂ ਤੋਂ ਕਾਰ ਹੁੰਦੀ ਸੀ, ਉਹਨਾਂ ਦੇ ਬੱਚੇ ਖੇਡਦੇ ਸੀ, ਇੱਕ ਪੇਰੈਂਟਸ ਘਰ ਰਹਿੰਦਾ ਸੀ, ਫਿਰ 2 ਵਾਲਾ ਆ ਗਿਆ। ਹੁਣ ਉਹ ਪੁਰਾਣੀਆਂ ਗੱਲਾਂ ਭੁੱਲ ਜਾਓ ਕਿ ਤੁਹਾਡੇ ਤੋਂ ਘਰ ਵੀ ਹੋਊਗਾ, ਤੁਹਾਡੇ ਤੋਂ ਕਾਰਾਂ ਬਿਨਾਂ ਲੋਨ ਤੋਂ ਹੋਣਗੀਆਂ। ਜਿਹੜੀਆਂ ਸਾਡੀਆਂ ਲਿਵਿੰਗ ਸਟੈਂਡਰਡ ਅਸੀਂ ਇੰਜੋਏ ਕਰਦੇ ਸੀ,
ਹੁਣ ਵੈਸੇ ਭਾਂਡਾ ਇੱਕਦਮ ਉਹ ਤਾਂ ਬੋਲਣ ਲੱਗ ਪਏ ਆ, ਭਾਂਡਾ ਪਾਉਂਦੇ ਆ ਯੂਕਰੇਨ ਰਸ਼ੀਆ ਲੜਾਈ ਤੇ। ਹਾਂਜੀ ਹਾਂਜੀ। ਇਹਨਾਂ ਦਾ ਕਰਕੇ ਕੀਮਤਾਂ ਵਧੀ ਜਾਂਦੀਆਂ। ਹੁਣ ਕੀਮਤਾਂ ਤਾਂ ਵੈਸੇ ਵਧਦੀਆਂ ਸੀਗੀਆਂ, ਇਸ ਲੜਾਈ ਤੋਂ ਪਹਿਲਾਂ ਵੀ ਵਧੀਆਂ ਹੀ। ਹਾਂਜੀ। ਤੁਸੀਂ ਸਾਡੇ ਘਰ ਹੀ ਦੇਖ ਲਓ ਇੱਥੇ ਜੀ, ਉਦੋਂ ਯੂਕਰੇਨ ਰਸ਼ੀਆ ਲੜਾਈ ਨਾਲ ਤਾਂ ਨਹੀਂ ਵਧੇ। ਪੈਂਡੈਮਿਕ ਦੇ ਦੌਰਾਨ ਵੀ ਕਿੰਨੀ ਜ਼ਿਆਦਾ ਇਨਫਲੇਸ਼ਨ। ਪੈਂਡੈਮਿਕ ਦੇ ਦੌਰਾਨ ਲੋਕੀ ਘਰੋਂ ਬਾਹਰ ਨਹੀਂ ਸੀ ਨਿਕਲਦੇ, ਫੇਰ ਵੀ ਦੁੱਗਣੇ ਹੋ ਗਏ। ਹਾਂਜੀ। ਹੁਣ ਇਹ ਇੱਕ ਪਾਸੇ ਤਾਂ ਇੱਕ ਜਦੋਂ ਪਾਲਿਸੀ 1980 ਤੋਂ ਬਾਅਦ ਇਹਨਾਂ ਨੇ ਅਪਣਾਈ ਹੈ ਸੈਂਟਰਲ ਬੈਂਕਰਜ਼ ਨੇ ਕਿ ਇੰਟਰਸਟ ਰੇਟ ਥੱਲੇ ਰੱਖੋ, ਕਿਉਂਕਿ ਇੰਟਰਸਟ ਰੇਟ ਜਦੋਂ ਬਹੁਤ ਜ਼ਿਆਦਾ 20% ਤੇ 19% ਤੇ ਸੀ ਤਾਂ ਚੀਜ਼ਾਂ ਵਿਕਣੋਂ ਖਤਮ ਹੋ ਗਈਆਂ ਸੀ। ਹਾਂਜੀ। ਕਿ ਕਮੋਡਿਟੀਜ਼ ਵੇਚਣ ਲਈ ਇਹਨਾਂ ਨੇ ਕਰ ਦਿੱਤਾ ਕਿ ਆਲਮੋਸਟ ਜ਼ੀਰੋ ਹੀ ਕਰ ਦਿੱਤਾ। ਜਾਪਾਨ ਦੇ ਵਿੱਚ ਅਜੇ ਵੀ ਜ਼ੀਰੋ ਹੀ ਆ ਉਹ ਇੰਟਰਸਟ ਜਿਹੜਾ ਤੁਹਾਨੂੰ ਜ਼ੀਰੋ ਦਿੰਦੇ ਆ। ਜੇ ਤੁਸੀਂ ਬੈਂਕ ਦੇ ਵਿੱਚ ਪੈਸੇ ਰੱਖਦੇ ਆ ਉਹ ਚ ਕੁਝ ਬਣਦਾ ਹੀ ਨਹੀਂ। ਹਾਂਜੀ। ਤੇ ਇੱਥੇ ਵੀ ਸਾਡੇ ਵੀ ਜ਼ੀਰੋ ਵਰਗਾ ਹੀ ਆਲਮੋਸਟ। ਹਾਂਜੀ। ਤੇ ਉਹਦੇ ਨਾਲ ਇਹ ਕੀ ਹੋਇਆ ਕਿ ਜਿਹੜੀਆਂ ਚੀਜ਼ਾਂ ਤੁਸੀਂ ਸੋਚਦੇ ਸੀ ਕਿ ਅਸੀਂ ਲੋਨ ਲੈ ਸਕਦੇ ਆ ਉਹ ਹੁਣ ਤੁਹਾਡੇ ਆਊਟ ਆਫ ਰੀਚ ਹੋ ਗਈਆਂ। ਘਰ ਜਿਹੜੀ ਆ ਇਹ ਕੋਈ ਲਗਜ਼ਰੀ ਨਹੀਂ ਹੈ, ਘਰ ਲੋਕਾਂ ਨੂੰ ਲੈ ਕੇ ਰਹਿਣਾ ਪੈਂਦਾ, ਜ਼ਰੂਰਤ ਆ, ਇਹ ਇੱਕ ਜ਼ਰੂਰਤ ਹੈ। ਹਾਂਜੀ। ਕੱਪੜੇ ਪਾਉਣੇ ਲਗਜ਼ਰੀ ਨਹੀਂ ਹੈ ਜੀ। ਹਾਂ, ਕੱਪੜੇ ਤੁਸੀਂ ਮਹਿੰਗੇ ਲੈਣੇ ਕਿ ਸਸਤੇ ਲੈਣੇ ਉਹ ਚ ਲਗਜ਼ਰੀ ਹੋ ਸਕਦੀ ਹੈ। ਕਾਰ ਤੁਸੀਂ ਮਹਿੰਗੀ ਲੈਣੀ ਕਿ ਸਸਤੀ ਲੈਣੀ ਉਹ ਚ ਲਗਜ਼ਰੀ ਹੋ ਸਕਦੀ। ਬੇਸਿਕ ਨੈਸੈਸਿਟੀ ਜਿਹੜੀ ਆ ਉਹ ਤਾਂ ਚਾਹੀਦੀ ਨਾ। ਹਾਂਜੀ। ਉਹਨਾਂ ਦੇ ਕੋਲ ਹੁਣ ਘਰ ਦੇ ਵਿੱਚ ਜਿਹੜਾ ਰੈਂਟ ਆ, ਲੋਕਾਂ ਨੇ ਰੈਂਟ ਤਾਂ ਕੀਤਾ ਹੈ ਕਿ ਉਹ ਸੋਚਦੇ ਕਿ ਚਲੋ ਘਰ ਲੈ ਲਿਆ ਤੇ ਆਪੇ ਜਿਹਨਾਂ ਨੇ ਰੈਂਟ ਲੈਣਾ ਇਹ ਪੇਮੈਂਟ ਤਾਂ ਇਹ ਦੇਣਗੇ। ਹਾਂਜੀ। ਵੈਸੇ ਰੈਂਟ ਜਿਹੜੇ ਘਰਾਂ ਦੇ ਰੈਂਟ ਹੈਗੇ ਆ ਨਾ ਇਹ ਤਾਂ ਬਹੁਤ ਅਸਮਾਨੀ ਛੂ ਰਹੇ ਆ। ਵੈਸੇ ਅਸਮਾਨੀ ਛੂ ਰਹੇ ਨੇ। ਹਾਂਜੀ। ਹੁਣ ਕਦੇ ਕਿਸੇ ਬੰਦੇ ਨੇ ਸੋਚਿਆ ਸੀ ਕਿ ਸਰੀ ਦੇ ਵਿੱਚ 2000 ਦੀ ਤੁਹਾਨੂੰ ਬੇਸਮੈਂਟ ਹੀ ਮਿਲੂਗੀ? ਬਿਲਕੁਲ ਨਹੀਂ ਸੀ ਸੋਚਿਆ। ਤੇ ਉਹ ਜਿਹਨੇ ਘਰ ਲਿਆ ਉਹ ਫਸਿਆ ਇਸ ਗੱਲ ਕਿ ਉਹਨੇ 2 ਮਿਲੀਅਨ ਦਾ ਲੋਨ ਲਿਆ ਹੈ ਤੇ ਜਿਹੜਾ ਕਿਰਾਏ ਤੇ ਰਹਿੰਦਾ ਉਹ ਫਸ ਗਿਆ। ਹੁਣ ਸਟੂਡੈਂਟਸ ਜਿਹੜੇ ਤੁਸੀਂ ਤੁਹਾਡੇ ਜੇ ਤਾਂ ਘਰਾਂ ਦੇ ਵਿੱਚ ਰਹਿੰਦੇ ਨੇ, ਅੱਗੇ ਨਾਲੋਂ ਜ਼ਿਆਦਾ ਲੋਕੀ ਘਰਾਂ ਦੇ ਵਿੱਚ ਰਹਿੰਦੇ ਨੇ। ਬੱਚੇ ਪਹਿਲਾਂ ਹੁੰਦਾ ਸੀ ਕਿ ਨਹੀਂ ਯੂਨੀਵਰਸਿਟੀ 'ਚ ਰਹਿਣਾ, ਅਸੀਂ ਯੂਨੀਵਰਸਿਟੀ ਦੇ ਵਿੱਚ ਤਾਂ ਥੋੜ੍ਹੀਆਂ ਜਿਹੀਆਂ ਹੀ ਰੈਜ਼ੀਡੈਂਸ ਹੁੰਦੀਆਂ। ਹਾਂਜੀ। ਤਾਂ ਉਦੋਂ ਬਾਅਦ ਤਾਂ ਬਾਹਰ ਰਹਿਣਾ ਪੈਂਦਾ ਜੀ। ਬਾਹਰ ਹੁਣ ਰਹਿ ਨਹੀਂ ਸਕਦੇ। 1500 200 ਹਜ਼ਾਰ ਡਾਲਰ ਦੇ ਕੇ $2,500 ਦੇ ਕੇ ਕਿੱਦਾਂ ਰਹਿਣਗੇ ਉਹ? ਮੁਸ਼ਕਿਲ ਹੈ। ਵੈਸੇ ਡਾਕਟਰ ਸਾਹਿਬ ਦੇਖੋ ਘਰ ਖਰੀਦਣਾ ਮੁਸ਼ਕਿਲ ਹੋਇਆ ਬਟ ਪੇਮੈਂਟਸ ਦੇਣੀਆਂ ਸੌਖੀਆਂ ਹੋਈਆਂ ਨੇ। ਪੇਮੈਂਟਸ ਉਹ ਇਹ ਹੈ ਕਿ ਉਹਨਾਂ ਨੇ ਰੈਂਟਲਸ ਦੇ ਕੋਲੋਂ ਰੈਂਟਲ ਯੂਨਿਟ ਜ਼ਿਆਦਾ ਬਣਾਤੇ। ਹਾਂਜੀ। ਮੈਂ ਇੱਕ ਬੰਦੇ ਨੂੰ ਜਾਣਦਾ ਜਿਹੜਾ ਆਪ ਗਰਾਜ 'ਚ ਰਹਿੰਦਾ ਹੈ ਤਾਂ ਬਾਕੀ ਘਰ ਸਾਰਾ ਰੈਂਟ ਤੇ ਦਿੱਤਾ ਹੈ। ਪਤਾ ਕਈ ਲੋਕਾਂ ਨੇ ਆਪਣੇ ਰੂਮਸ ਵੀ ਰੈਂਟ ਤੇ ਦਿੱਤੇ ਹੋਏ ਆ। ਸਾਰਾ ਘਰ ਉਹਦਾ ਇਕੱਲਾ ਹੀ ਬੰਦਾ ਆ, ਇਕੱਲੇ ਨੇ ਘਰ ਲਿਆ ਆ, ਘਰ ਵੀ ਵੱਡਾ ਆ ਉਹਦਾ ਤੇ ਬਾਕੀ ਸਭ ਕੁਝ ਰੈਂਟ ਤੇ ਦਿੱਤਾ ਹੈ, ਆਪ ਗਰਾਜ 'ਚ ਰਹਿੰਦਾ। ਮੈਂ ਕਿਹਾ ਫਿਰ ਤੈਨੂੰ ਓਨਰ ਹੋਣ ਦਾ ਤਾਂ ਕੋਈ ਫਾਇਦਾ ਨਹੀਂ, ਤੂੰ ਇਹਦੋਂ ਚੰਗੀ ਬੇਸਮੈਂਟ ਲੈਣ। ਹਾਂਜੀ। ਕਹਿੰਦਾ ਨਹੀਂ ਇਹਦੇ ਨਾਲ ਫਿਰ ਇਹਦੀ ਪ੍ਰਾਈਸ ਵਧੀ ਜਾਂਦੀ ਹੈ। ਪ੍ਰਾਈਸ ਵਧੀ ਜਾਂਦੀ ਹੈ, ਉਹਨੂੰ ਇਹ ਨਹੀਂ ਪਤਾ ਵੀ ਉਹਦੀ ਉਮਰ ਵੀ ਵਧੀ ਜਾਂਦੀ ਹੈ ਨਾ। ਹਾਂਜੀ। ਆਪਾਂ ਘਰ ਕਾਹਦੇ ਲਈ ਲੈਂਦੇ ਆ? ਇਸੇ ਲਈ ਲੈਂਦੇ ਨਾ ਵੀ ਸਕੂਨ ਨਾਲ ਆਪਣੇ ਘਰ ਦੇ ਅੰਦਰ ਬੰਦਾ ਰਹੇ ਜੀ। ਇਹ ਗੱਲਾਂ ਸੋਚਦੇ ਆ ਕਿ ਮੇਰੇ ਤੋਂ ਪੈਸੇ ਹੋਈ ਜਾਂਦੇ ਆ। ਇਹ ਵੀ ਸੋਚਿਆ ਕਰੋ ਕਿ ਸਾਡੀ ਉਮਰ ਹੋਈ ਜਾਂਦੀ ਹੈ। ਹਾਂਜੀ। ਤੇ ਉਮਰ ਦੇ ਵਿੱਚ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਅਸੀਂ ਸਦਾ ਹੀ ਨਹੀਂ ਰਹਿਣਾ ਇੱਥੇ ਜੀ। ਬਿਲਕੁਲ। ਇੱਕ ਦਿਨ ਜਿੰਨਾ ਕੁ ਚਿਰ ਤਾਂ ਤੁਸੀਂ ਤੁਰ ਫਿਰ ਸਕਦੇ ਆ ਉਹਨਾਂ ਚਿਰ ਹੀ ਲਾਈਫ ਹੈ। ਹਾਂਜੀ। ਉਦੋਂ ਬਾਅਦ ਤਾਂ ਫਿਰ ਹਸਪਤਾਲ ਚੱਲ ਗਏ, ਉੱਥੇ ਆ ਕੇ ਗੋਡੇ ਦੁਖਣ ਲੱਗ ਪਏ, ਉਹਦੇ ਆਪਰੇਸ਼ਨ ਕਰਾ ਲਿਆ, ਉਹ ਠੀਕ ਨਹੀਂ ਹੋਇਆ, ਫਿਰ ਉਹ ਲਾਈਫ ਨਹੀਂ ਹੈ ਵੈਸੇ ਜੀ। ਪਹਿਲੇ 20 ਸਾਲ ਤਾਂ ਇੱਧਰ ਨਿਕਲ ਜਾਂਦੇ ਬਚਪਨ ਦੇ ਤੇ ਮਗਰਲੇ 20-25 ਸਾਲ ਜੇ ਕਿਸੇ ਨੇ ਜੀਣਾ ਹੋਵੇ ਤਾਂ ਉਹ ਨਿਕਲ ਜਾਂਦੇ ਆਪਰੇਸ਼ਨਾਂ 'ਚ। ਤੁਹਾਡੇ ਤੋਂ ਕਿੰਨੇ ਆ? 40 ਸਾਲ ਆ। ਹਾਂਜੀ। 40 ਸਾਲ ਜੇ ਤੁਸੀਂ ਗਰਾਜ ਦੇ ਵਿੱਚ ਹੀ ਰਹਿਣਾ ਤਾਂ ਫੇਰ ਕੀ ਖੱਟ ਲਿਆ ਇੱਥੇ ਆ ਕੇ? ਹਾਂਜੀ। ਫੇਰ ਤਾਂ ਕੋਈ ਫਾਇਦਾ ਨਾ ਹੋਇਆ। ਤੁਸੀਂ ਘਰ ਖਰੀਦ ਕੇ ਵੀ ਜੇ ਗਰਾਜ 'ਚ ਰਹਿਣਾ, ਵੈਸੇ ਵੀ ਜਦੋਂ ਨਾ ਬੰਦੇ ਲੋਕ ਬਿਮਾਰ ਹੁੰਦੇ ਆ ਪਿਛਲੀ ਉਮਰ ਜਾ ਕੇ
ਉਦੋਂ ਫਿਰ ਉਹਨਾਂ ਨੂੰ ਪਛਤਾਵਾ ਹੁੰਦਾ। ਮੈਂ ਇੱਕ ਰਿਪੋਰਟ ਪੜ੍ਹੀ ਸੀ, ਉਹਦੇ ਵਿੱਚ ਨਾ ਉਹਨਾਂ ਨੇ ਇੰਟਰਵਿਊ ਕੀਤੀ ਸੀ ਜਿਹੜੇ ਪੇਸ਼ੈਂਟਸ ਹੁੰਦੇ ਆ ਹਸਪੀਟਲ ਦੇ ਵਿੱਚ, ਤਾਂ ਉਹਨਾਂ ਨੂੰ ਇੰਨਾ ਜ਼ਿਆਦਾ ਰਿਗਰੈਟ ਹੁੰਦਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੰਜੋਏ ਹੀ ਨਹੀਂ ਕੀਤਾ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀ ਕੇ ਦੇਖਿਆ ਹੀ ਨਹੀਂ, ਬਸ ਕੰਮ ਕੰਮ ਤੇ ਕੰਮ, ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਲੰਘ ਗਿਆ ਕੰਮ ਤੇ। ਫਿਰ ਅਸੀਂ ਪਰਿਵਾਰ ਦੇ ਵਿੱਚ ਹਿਊਮਨ ਬੀਇੰਗਸ ਇਕੱਠੇ ਹੁੰਦੇ ਆ, ਇੱਕ ਪਰਿਵਾਰ ਨੂੰ ਦੇ ਵਿੱਚ ਇੰਜੋਏ ਕਰਦੇ ਆ। ਤੁਸੀਂ ਆਪਣੇ ਬੱਚਿਆਂ ਨੂੰ, ਤੁਸੀਂ ਆਪਣੇ ਮਾਂ-ਬਾਪ ਨੂੰ, ਦਾਦਾ ਦਾਦੀ ਨਾਲ ਬੈਠਦੇ ਆ, ਪਰ ਲੋਕਾਂ ਤੋਂ ਬੈਠਣ ਦਾ ਟਾਈਮ, ਪਰਿਵਾਰ ਦੇ ਵਿੱਚ ਬੈਠਣ ਦਾ ਟਾਈਮ ਹੈ ਨਹੀਂ, ਹਾਂਜੀ ਸਮਾਂ ਹੈ ਨਹੀਂ, ਤੇ ਉਹ ਬਾਅਦ ਦੇ ਵਿੱਚ ਫਿਰ ਰਿਗਰੈਟ ਕਰਦੇ ਆ। ਆਪ ਪਛਤਾਏ ਕਿਆ ਹੋਤ ਜਬ ਚਿੜੀਆ ਚੁੜ ਗਈ ਖੇਤ। ਜੀ ਬਿਲਕੁਲ, ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਬਾਅਦ ਦੇ ਵਿੱਚ। ਇਹ ਤਾਂ 5 years ਜਿਹੜਾ ਬਹੁਤ ਦੂਰ ਨਹੀਂ ਹੈ। ਫਿਰ ਬਾਅਦ ਦੇ ਵਿੱਚ ਦੂਜਿਆਂ ਨੂੰ ਸਲਾਹ ਜ਼ਰੂਰ ਦਿੰਦੇ ਆ, ਪਰ ਜਿਨ੍ਹਾਂ ਨੂੰ ਸਲਾਹ ਦਿੰਦੇ ਉਹ ਵੀ ਬੰਦਾ ਸੁਣ ਜ਼ਰੂਰ ਲੈਂਦਾ। ਜਦੋਂ ਇੱਕ ਕੰਨ ਤੋਂ ਸੁਣ ਕੇ ਦੂਜੇ ਤੋਂ ਕੱਢ ਦਿੰਦਾ, ਅਸਲ ਉਹ ਵੀ ਜਾ ਕੇ ਉਸੇ ਪੜਾਅ 'ਚ ਹੀ ਸੋਚਦਾ ਵੀ ਉਸ ਬੰਦੇ ਨੇ ਮੈਨੂੰ ਸਹੀ ਸਲਾਹ ਦਿੱਤੀ ਸੀ, ਸਹੀ ਕਿਹਾ ਸੀ, ਮੈਨੂੰ ਸੁਣ ਲੈਣੀ ਚਾਹੀਦੀ ਸੀ। ਉਹ ਕਹਿੰਦੇ ਹੁੰਦੇ ਮਜ਼ਾਕ ਕਿ ਕੋਈ ਬੰਦਾ ਆਪਣੇ ਬੇਟੇ ਨੂੰ ਕਹਿ ਰਿਹਾ ਕਿ ਬੇਟਾ ਇੱਕ ਗਲਤੀ ਨਾ ਕਰੀ, ਕਦੇ ਵਿਆਹ ਨਾ ਕਰਾਈ। ਉਹ ਕਹਿੰਦਾ ਪਿਤਾ ਜੀ ਫਿਕਰ ਨਾ ਕਰੋ, ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਕਹੂੰਗਾ। ਜੀ ਬਿਲਕੁਲ। ਡਾਕਟਰ ਸਾਹਿਬ ਇੱਕ ਹੋਰ ਰਿਪੋਰਟ ਆਈ ਆ ਸਟੇਸਾ ਦੀ, ਉਹਦੇ ਅਨੁਸਾਰ ਜਿਹੜਾ ਸਿਆਟਲ, ਟੈਕੋਮਾ ਤੇ ਬੈਲੇਵਿਊ ਦਾ ਜਿਹੜਾ ਇਲਾਕਾ ਹੈਗਾ, ਉੱਥੇ ਰੈਂਟ ਦੇਸ਼ ਵਿੱਚ 6ਵੇਂ ਨੰਬਰ ਤੋਂ ਸਭ ਤੋਂ ਜ਼ਿਆਦਾ ਉੱਚੇ ਆ। ਆਪਾਂ ਹੁਣੇ ਗੱਲਬਾਤ ਕਰ ਰਹੇ ਆ ਰੈਂਟ ਦੀ ਗੱਲ ਕਰਦੇ ਸੀ। ਹਾਂਜੀ, ਵਾਕਿਆ ਹੀ ਉਹਨਾਂ ਦੇ ਰੈਂਟ ਬਹੁਤ ਜ਼ਿਆਦਾ ਆ। ਇੱਕ ਤਾਂ ਸਿਆਟਲ ਤੁਸੀਂ ਦੇਖੋ ਕਿ ਮੇਜਰ ਡੈਸਟੀਨੇਸ਼ਨ ਆ ਵੈਸੇ। ਹਾਂਜੀ, ਗੂਗਲ ਉੱਥੇ ਆ, ਉਹਨਾਂ ਦਾ ਰਿਸਰਚ ਸੈਂਟਰ ਉੱਥੇ ਆ, ਫਿਰ ਮਾਈਕਰੋਸਾਫਟ ਉੱਥੇ ਆ, ਬੋਇੰਗ ਉੱਥੇ ਆ। ਟੂਰਿਜ਼ਮ ਦੇ ਤੌਰ ਤੇ ਵੀ ਲੋਕੀ ਇੱਥੇ ਆਉਂਦੇ ਆ ਕਿਉਂਕਿ ਉਹਨਾਂ ਦਾ ਮੌਸਮ ਬੜਾ ਸੁਹਾਵਣਾ ਹੈ। ਕ੍ਰਾਈਮ ਰਿਲੇਟਿਵ ਤੁਸੀਂ ਜਦੋਂ ਪੜ੍ਹਦੇ ਆ ਉਹ ਤਾਂ ਲੱਗਦਾ ਵੀ ਉੱਥੇ ਗੋਲੀਆਂ ਚੱਲੀ ਜਾਂਦੀਆਂ, ਪਰ ਵੈਸੇ ਜੋ ਤੁਸੀਂ ਸ਼ਿਕਾਗੋ ਵਗੈਰਾ ਨਾਲ ਕੰਪੇਅਰ ਕਰਦੇ ਆ ਉਹਨਾਂ ਨੂੰ, ਤਾਂ ਸਿਐਟਲ ਦੇ ਵਿੱਚ ਕ੍ਰਾਈਮ ਘੱਟ ਹੈ। ਹਾਂਜੀ, ਜਦੋਂ ਆਪਾਂ ਨੰਬਰਸ ਦੇਖਦੇ ਹਾਂ, ਜੇ ਨੰਬਰਸ ਦੇਖਦੇ ਹਾਂ ਤਾਂ ਉੱਥੇ ਤੁਸੀਂ ਜਾ ਕੇ ਲਾਸ ਐਂਜਲਸ ਜਾ ਕੇ ਖੜ ਜਾਓ, ਸ਼ਿਕਾਗੋ ਜਾ ਕੇ ਦੇਖੋ, ਨਿਊਯਾਰਕ ਜਾ ਕੇ ਦੇਖੋ, ਰੀਲੀ ਗੋਲੀ ਵਰਦੀ ਹੁੰਦੀ ਆਲੇ ਦੁਆਲੇ। ਇੱਥੇ ਸਿਐਟਲ ਦੇ ਵਿੱਚ ਲੋਕੀ ਫਿਰ ਆਉਂਦੇ, ਫਿਰ ਯੂਨੀਵਰਸਿਟੀ ਵਾਸ਼ਿੰਗਟਨ ਵਰਗੀਆਂ ਇਹਨਾਂ ਦੇ ਕੋਲ ਬੜੀ ਵਧੀਆ ਸੰਸਥਾ ਆ, ਹੋਰ ਕਈ ਯੂਨੀਵਰਸਿਟੀਜ਼ ਆ, ਕਾਲਜਸ ਆ, ਪੜ੍ਹਾਈ ਲਈ ਬਹੁਤ ਕੁਛ ਆਉਂਦੇ ਆ ਲੋਕੀ। ਸੋ ਉਹਨਾਂ ਦਾ ਕਰਕੇ ਰੈਂਟ ਜਿਹੜਾ ਆ ਇਹਨਾਂ ਦੇ ਵਿੱਚ, ਇਹ ਸਿਐਟਲ ਰਹਿਣਾ ਮਹਿੰਗਾ ਆ। ਹਾਂਜੀ, ਕਈ ਬੱਚੇ ਇੱਥੋਂ ਵੀ ਯੂਨੀਵਰਸਿਟੀ ਵਾਸ਼ਿੰਗਟਨ ਜਾ ਕੇ ਪੜ੍ਹਦੇ ਆ। ਜੇ ਉਹਨਾਂ ਨੂੰ ਆਫ ਕੈਂਪਸ ਰਹਿਣਾ ਪੈਂਦਾ ਆ ਤਾਂ ਉਹ ਆਪ ਹੀ ਦੱਸਦੇ ਆ ਕਿ ਬਹੁਤ ਜ਼ਿਆਦਾ ਰੈਂਟ ਆ। ਫਿਰ ਉਹ 2-4 ਜਾਣੇ ਇਕੱਠੇ ਹੋ ਕੇ ਘਰ ਲੈ ਲੈਣਗੇ ਜਾਂ ਇੱਕ ਅਪਾਰਟਮੈਂਟ ਲੈ ਲੈਣਗੇ, ਤੇ ਉਹ ਅੱਗੇ ਵਾਲੀ ਗੱਲ ਜਾਂਦੀ ਲੱਗੀ ਕਿ ਮੈਂ ਇਕੱਲਾ ਹੀ ਰਹਿ ਰਿਹਾ, ਕਿਉਂਕਿ $2,500 ਦੇ ਕੇ ਇੱਕ ਬੈਡਰੂਮ ਲੈਣਾ ਬੜਾ ਮੁਸ਼ਕਿਲ ਹੈ। ਹਾਂਜੀ, ਹਾਂ, ਅਨਲੈਸ ਕੋਈ ਜੈਮ ਪੈਟਿਸਨ ਦਾ ਮੁੰਡਾ ਹੋਵੇ। ਜੀ ਬਿਲਕੁਲ। ਡਾਕਟਰ ਸਾਹਿਬ, ਜਿਵੇਂ ਹੁਣ ਆਪਾਂ ਰਿਪੋਰਟਸ ਦੀ ਉਹ ਗੱਲ ਕਰਦੇ ਆ, ਇੱਕ ਨਾ ਵਾਲਟ ਹੱਬ ਦੀ ਵੀ ਰਿਪੋਰਟ ਆਈ ਆ। ਉਹਦੇ ਵਿੱਚ ਨਾ ਉਹਨਾਂ ਨੇ ਦੱਸਿਆ ਕਿ ਜਿਹੜੇ ਘਰ ਤੋਂ ਕੰਮ ਕਰਨ ਵਾਲੇ ਆ ਨਾ, ਇਹਨਾਂ ਵਿੱਚ ਵਾਸ਼ਿੰਗਟਨ ਸਟੇਟ ਆ ਜਿਹੜਾ, ਉਹਨੂੰ ਟੌਪ ਰੈਂਕ ਮਿਲਿਆ। ਵਾਸ਼ਿੰਗਟਨ ਸਟੇਟ ਦੇ ਵਿੱਚ ਸਹੂਲਤਾਂ ਨੇ। ਸਿਐਟਲ ਵਰਗੀ ਸਿਟੀ ਜਿਹੜੀ ਆ ਬੜੀ ਲਿਬਰਲ ਸਿਟੀ ਮੰਨਿਆ ਜਾਂਦਾ ਇਹਨੂੰ। ਉੱਥੇ ਕਲਚਰ ਬੜਾ ਹੈ। ਜੇ ਤੁਸੀਂ ਓਪਰਾ ਦੇਖਣਾ ਆ, ਕੋਈ ਥੀਏਟਰ ਦੇਖਣਾ ਆ, ਇਹ ਇੱਦਾਂ ਦੀਆਂ ਚੀਜ਼ਾਂ ਜਿਹੜੇ ਪੜ੍ਹੇ ਲਿਖੇ ਆ ਉਹ ਚਾਹੁੰਦੇ ਹੁੰਦੇ ਆ। ਜੇ ਅੱਜ ਕੱਲ੍ਹ ਘਰ ਕੰਮ ਕਰਨਾ ਆ ਤੇ ਸਭ ਤੋਂ ਜ਼ਿਆਦਾ ਨੈਟਵਰਕ ਦਾ ਲੋੜ ਹੁੰਦੀ ਹੈ, ਤੇ ਨੈਟਵਰਕ ਦੇਣ ਵਰਗੀਆਂ ਕੰਪਨੀਆਂ ਜਿਹੜੀਆਂ ਆ, ਮਾਈਕਰੋਸਾਫਟ ਹੋਇਆ, ਗੂਗਲ ਵਰਗੀਆਂ ਹੋਈਆਂ, ਉਹ ਉਹਨਾਂ ਦੇ ਕੋਲ ਹੀ ਆ। ਹਾਂਜੀ, ਸੋ ਇੱਕ ਉਹਨਾਂ ਦਾ ਨੁਕਸਾਨ ਇਹ ਆ ਕਿ ਉੱਥੇ ਕਿਰਾਇਆ ਮਹਿੰਗਾ ਹੈ, ਰਹਿਣਾ ਮਹਿੰਗਾ ਹੈ, ਘਰਾਂ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਚੜ੍ਹ ਗਈਆਂ। ਹਾਂਜੀ, ਤਾਂ ਫਾਇਦਾ ਇਹ ਆ ਕਿ ਉਹ ਘਰੋਂ ਬੈਠੇ ਜਦੋਂ ਕੰਮ ਕਰਦੇ ਆ ਤੇ ਉਹਨਾਂ ਨੂੰ ਤਕਰੀਬਨ ਸਾਰੀਆਂ ਸਹੂਲਤਾਂ ਮਿਲਦੀਆਂ। ਹਾਂਜੀ, ਸੋ ਸਿਐਟਲ ਨੂੰ ਇੱਕ ਚੰਗੀ ਸਿਟੀ ਮੰਨਿਆ ਜਾਂਦਾ। ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ। ਸ਼ਾਇਦ ਉਹ ਰੀਅਲਾਈਜ਼ ਨਾ ਕਰਦੇ ਹੁਣ ਸਿਐਟਲ ਜਿਹੜੇ ਰਹਿੰਦੇ ਆ। ਹਾਂਜੀ, ਪਰ ਬਾਕੀ ਦੀ ਦੁਨੀਆ ਦੇ ਵਿੱਚ ਜਿਹੜੇ ਬਾਕੀ ਦੇ ਸ਼ਹਿਰ ਆ ਅਮਰੀਕਾ ਦੇ ਵਿੱਚ, ਉਹ ਸਿਐਟਲ ਨੂੰ ਇਦਾਂ ਦੇਖਦੇ ਕਿ ਵਧੀਆ ਸਿਟੀ ਹੈ। ਵੈਸੇ ਵੀ ਡਾਕਟਰ ਸਾਹਿਬ, ਪੈਂਡੈਮਿਕ ਦੇ ਦੌਰਾਨ ਨਾ ਘਰ ਤੋਂ ਕੰਮ ਸਾਰਿਆਂ ਨੇ ਕਰਨਾ, ਆਲਮੋਸਟ ਜਿਹੜੀਆਂ ਆਰਗੇਨਾਈਜੇਸ਼ਨ ਸੀ, ਜਿੱਦਾਂ ਗਵਰਨਮੈਂਟ ਆਰਗੇਨਾਈਜੇਸ਼ਨ ਸੀ, ਘਰ ਤੋਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ। ਇੱਕ ਹੋਰ ਵੀ ਰਿਪੋਰਟ ਆਈ ਸੀਗੀ,
ਉਹਦੇ ਤੋਂ ਬਾਅਦ ਨਾ ਜਿੱਦਾਂ ਕਈ ਸਮਾਲ ਬਿਜ਼ਨਸ ਸੀ, ਸਮਾਲ ਕੰਪਨੀ ਸੀ, ਉਹਨਾਂ ਨੇ ਕੀ ਕੀਤਾ, ਆਪਣੇ EMPLOYEES ਨੂੰ ਕਿਹਾ ਵੀ ਤੁਸੀਂ ਘਰ ਤੋਂ ਹੀ ਕੰਮ ਕਰੋ। ਜਿਹੜਾ ਉਹਨਾਂ ਦਾ ਆਫਿਸ ਰੈਂਟ ਵਗੈਰਾ ਤੇ ਲਿਆ ਸੀ, ਲੀਜ਼ ਤੇ ਲਿਆ ਸੀਗਾ, ਉਹ ਸਾਰਾ ਕੁਝ ਉਹਨਾਂ ਦੀ ਮਨੀ ਸੇਵ ਹੋਣੀ ਸ਼ੁਰੂ ਹੋ ਗਈ ਤੇ ਪੂਰਾ ਆਫਿਸ ਜਿਹੜਾ ਹੈਗਾ ਘਰ ਤੋਂ ਹੀ ਸਾਰੇ ਚਲਾਉਣ ਲੱਗ ਗਏ। ਬਹੁਤ ਕੰਪਨੀਆਂ ਜਿਹਨਾਂ ਨੂੰ ਹੁਣ ਪਤਾ ਹੀ ਹੋਣ ਲੱਗਾ ਹੁਣ। ਹਾਂਜੀ, ਮੇਰਾ ਖਿਆਲ ਇੱਕ ਫਾਇਦਾ ਸਾਡੇ ਵਿਆਹਾਂ ਦਾ ਵੀ ਹੋਇਆ ਸੀ। ਹਾਂਜੀ, ਕਿ ਜਿਹੜਾ 1000 ਬੰਦੇ ਨੂੰ ਸੱਦਦੇ ਆ, ਦੁਖੀ ਹੋਏ ਬੰਦੇ ਆਉਂਦੇ ਆ। ਇਹ ਨਹੀਂ ਵੀ 1000 ਬੰਦੇ ਦੇ ਮਨ ਦੇ ਵਿੱਚ ਬਹੁਤ ਚਾਅ ਚੜਿਆ ਹੁੰਦਾ। ਕਈ ਬੰਦੇ ਇਹਦਾ ਸੋਚਦੇ ਉਹ ਯਾਰ ਮੈਨੂੰ ਅੱਜ ਫੇਰ ਉੱਥੇ ਜਾਣਾ ਪੈਣਾ। ਹਾਂਜੀ, ਮਤਲਬ ਵੱਧੇ ਰੁੱਖੇ ਆਉਂਦੇ ਆ। ਉਹ ਕੀ ਫਾਰਮੈਲਿਟੀ ਲਈ ਆਉਣਾ ਪੈਂਦਾ, ਫਾਰਮੈਲਿਟੀ ਲਈ ਆਉਣਾ ਪੈਂਦਾ ਨਾ, ਉਹਨਾਂ ਨੂੰ ਕਾਰਡ ਦੇਣਾ ਹੁੰਦਾ। ਜਿਨ੍ਹਾਂ ਦੇ ਮਨ 'ਚ ਚਾਅ ਹੁੰਦਾ ਉਹ ਤਾਂ ਘਰ ਦੇ ਹੀ ਹੁੰਦੇ ਆ। ਹਾਂਜੀ, ਉਹੀ 20-30 ਬੰਦੇ ਹੁੰਦੇ ਆ ਜਿਨ੍ਹਾਂ ਨੂੰ ਚਾਅ ਹੁੰਦਾ। ਤੇ ਉਹਨੇ ਇੱਕ ਵੈਸੇ ਅਲਾਉਡ ਹੈ ਸੀਗੇ ਵੀ। ਹਾਂਜੀ, ਉਹਨਾਂ ਦੇ ਨਾਲ ਵਿਆਹ ਵੀ ਕਰੇ ਜਾਂਦੇ ਸੀ। ਤਾਂ ਜਿਹੜੇ ਮੁਰਗੇ ਖਿਲਾ ਰਹੇ 970 ਬੰਦਿਆਂ ਨੂੰ ਵਾਧੂ ਦੁਖੀ ਕਰਕੇ ਉਹ ਖਰਚਾ ਹੀ ਸੀ। ਸੋ ਇਸ ਗੱਲ ਕਰਕੇ ਜਿੱਦਾਂ ਇੱਕ ਲਾਅ ਫਰਮ ਨੂੰ ਮੈਂ ਜਾਣਦਾ, ਉੱਥੇ ਸੈਨ ਫਰਾਂਸਿਸਕੋ ਬਹੁਤ ਜ਼ਿਆਦਾ ਰੈਂਟ ਹੋਏ ਆ ਉਹਨਾਂ ਦੇ। ਬਹੁਤ ਹੀ ਮਹਿੰਗੀ ਸਿਟੀ ਆ ਉਹ ਕਹਿੰਦੇ ਕਿ ਅਸੀਂ ਹੁਣ ਰੀਅਲਾਈਜ਼ ਕੀਤਾ, ਅਸੀਂ ਲਾਇਰਸ ਦੇ ਕੋਲ ਅਸੀਂ ਵੇਚਣਾ ਕੀ ਹੁੰਦਾ ਇੱਥੇ। ਅਸੀਂ ਤਾਂ ਕਲਾਇੰਟ ਨੂੰ ਦੇ ਨਾਲ ਜਾ ਕੇ ਉਹਨਾਂ ਨਾਲ ਮੀਟਿੰਗ ਕਰੀ ਆ, ਉਹਨਾਂ ਨਾਲ ਗੱਲਬਾਤ ਕਰਨੀ ਆ, ਉਹਨਾਂ ਤੇ ਪੇਪਰ ਵਰਕ ਲੈਣਾ। ਹਾਂਜੀ, ਉਹ ਅਸੀਂ ਕਾਫੀ ਸ਼ਾਪ 'ਚ ਬੈਠ ਕੇ ਕਰ ਲੈਂਦੇ ਹਾਂ। ਜੀ ਬਿਲਕੁਲ, ਰਾਈਟ। ਤੇ ਅਸੀਂ ਦਫ਼ਤਰ ਕੀ ਕਰਨਾ ਹੈ, ਜ਼ੂਮ ਮੀਟਿੰਗਸ ਕਰ ਲੈਂਦੇ ਨੇ। ਹੁਣ ਤਾਂ ਕਾਫੀ ਸ਼ਾਪ ਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ। ਜੇ ਗੱਲਬਾਤ ਹੀ ਕਰਨੀ ਹੋਵੇ ਤਾਂ ਜ਼ੂਮ ਮੀਟਿੰਗ ਕਰ ਲੈਂਦੇ ਆ। ਜੇ ਅਗਲੇ ਨਾਲ ਪਰਸਨਲ ਗੱਲ ਕਰਨੀ ਆ, ਅਗਲੇ ਨੂੰ ਮਿਲਣਾ ਹੈ, ਕੋਈ ਪੇਪਰ ਵਰਕ ਲੈਣਾ ਹੈ, ਤੁਸੀਂ ਕਿਸੇ ਕਾਫੀ ਸ਼ਾਪ 'ਚ ਬਹਿ ਜਾਓ। ਹਾਂਜੀ, ਕੋਈ ਵੱਡੀ ਗੱਲ ਨਹੀਂ ਜੀ। ਤੇ ਜਿਹੜੇ ਦਫ਼ਤਰ ਲੈ ਕੇ ਬੈਠੇ ਸੀ, ਇੰਨਾ ਮਹਿੰਗਾ ਰੈਂਟ ਦੇ ਰਿਹਾ ਸੀ, ਉਹਦੇ ਨਾਲ ਕਾਸਟ ਘਟ ਗਈ ਇਹਨਾਂ ਦੇ ਬਿਜ਼ਨਸ ਦੀ। ਹਾਂਜੀ, ਹੁਣ ਰੀਅਲਾਈਜ਼ ਕੀਤਾ ਕਿ ਇੰਨਾ ਬਿਜ਼ਨਸ ਜਿਹੜਾ ਅਸੀਂ 15 ਮਿਲੀਅਨ 'ਚ ਕਰਦੇ ਸੀ, ਉਹ 10 ਮਿਲੀਅਨ 'ਚ ਵੀ ਹੋ ਸਕਦਾ। ਜੀ ਬਿਲਕੁਲ। ਤਾਂ ਇਹ ਇੱਕ ਪੋਜ਼ਿਟਿਵ ਗੱਲ ਹੈ ਕਿ ਹੁਣ ਛੋਟੇ ਸ਼ਹਿਰਾਂ ਨੂੰ ਲੋਕੀ ਜਾਂਦੇ ਆ। ਜਿਹੜਾ ਸੈਨ ਫਰਾਂਸਿਸਕੋ ਤੋਂ 23% ਲੋਕੀ ਮੂਵ ਹੋਏ ਬਾਹਰ। ਇੱਕ ਤਾਂ ਉਹਨਾਂ ਨੂੰ ਲੱਗਾ ਕਿ ਸਾਹ ਵਧੀਆ ਆਉਂਦਾ ਹੈ ਛੋਟੇ ਸ਼ਹਿਰਾਂ ਦੇ ਵਿੱਚ, ਖੁੱਲਾ ਡੁੱਲਾ ਹੈ। ਹਾਂਜੀ, ਦੂਸਰਾ ਉੱਥੇ ਕਾਸਟ ਆਫ ਲਿਵਿੰਗ ਘੱਟ ਹੈ, ਪੀਸ ਆਫ ਮਾਈਂਡ ਵੀ ਹੈ। ਪੀਸ ਆਫ ਮਾਈਂਡ ਹੈ ਤੁਹਾਡੀ। ਉੱਥੇ ਕ੍ਰਾਈਮ ਰੇਟ ਘੱਟ ਹੈ। ਹਾਂਜੀ, ਕਿਉਂਕਿ ਸ਼ਹਿਰਾਂ ਦੇ ਵਿੱਚ ਕ੍ਰਾਈਮ ਬਹੁਤ ਹੁੰਦਾ। ਹਾਂਜੀ, ਹਾਂਜੀ ਬਿਲਕੁਲ। ਸੋ ਲੋਕੀ ਹੁਣ ਛੋਟੇ ਪਿੰਡਾਂ ਵੱਲ ਨੱਠਦੇ ਆ। ਜੀ ਬਿਲਕੁਲ, ਹੁਣ ਤਾਂ ਸਮਾਲ ਟਾਊਨਸ ਵੱਲ ਜਾ ਰਹੇ ਆ ਜ਼ਿਆਦਾਤਰ ਲੋਕ। ਪੈਂਡੈਮਿਕ ਤੋਂ ਬਾਅਦ ਕਾਫੀ ਜ਼ਿਆਦਾ ਦੇਖਣ 'ਚ ਮਿਲਿਆ ਇਹ। ਚੰਗਾ ਟ੍ਰੈਂਡ ਹੈ ਵੈਸੇ। ਹਾਂਜੀ ਬਿਲਕੁਲ, ਪੈਂਡੈਮਿਕ ਦੇ ਵਿੱਚ ਕਾਫੀ ਕੁਝ ਚੰਗਾ ਵੀ ਹੋਇਆ। ਡਾਕਟਰ ਸਾਹਿਬ, ਇੱਕ ਨਾ ਐਕਸਪਰਟਸ ਦੀ ਰਿਪੋਰਟ ਆਈ ਹੈ ਕਰੋਨਾ ਵਾਇਰਸ ਦੇ ਬਾਰੇ 'ਚ। ਉਹਨਾਂ ਦਾ ਕਹਿਣਾ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਜੋ ਹੈ ਸਿਰਫ 9% ਲੋਕਾਂ ਨੂੰ ਹੀ ਹੋਇਆ। ਜਿਹੜੇ ਬਾਕੀ ਦੇ ਲੋਕ ਆ ਉਹ ਬਚੇ ਰਹੇ। ਸਵਾਲ ਫਿਰ ਇਹ ਪੈਦਾ ਹੋ ਜਾਂਦਾ ਕਿ ਕੀ ਕਾਰਨ ਆ। ਜੇ ਆਪਾਂ ਕਹਿ ਲਈਏ ਕਿ 10 ਵਿੱਚੋਂ 9 ਨੂੰ ਕੁਝ ਨਹੀਂ ਹੋਇਆ, ਇਸ ਰਿਪੋਰਟ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇੱਕ ਗੱਲ ਤਾਂ ਹੈ, ਜਦੋਂ ਪੈਂਡੈਮਿਕ ਸ਼ੁਰੂ ਹੋਇਆ ਤਾਂ ਇਹ ਸਾਬਤ ਹੋ ਗਿਆ ਕਿ ਲੋਕੀ ਮਰਨ ਤੋਂ ਬਹੁਤ ਡਰਦੇ। ਹਾਂਜੀ, ਅਸੀਂ ਕਹਿ ਹੀ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਫਲਾਨੀ ਹੋ ਜੀ, ਪਰ ਮਰਨ ਤੋਂ ਡਰਨ ਕਰਕੇ ਲੋਕਾਂ ਨੇ ਹੱਥ ਧੋਣੇ ਸ਼ੁਰੂ ਕਰ ਦਿੱਤੇ, ਸੋਸ਼ਲ ਡਿਸਟੈਂਸ ਸ਼ੁਰੂ ਕਰ ਦਿੱਤਾ, ਉਹਨਾਂ ਦਿਨਾਂ ਦੇ ਵਿੱਚ ਮਾਸਕ ਪਾਉਣੇ ਸ਼ੁਰੂ ਕਰ ਦਿੱਤੇ। ਜਿੰਨੇ ਵੀ ਪ੍ਰੀਕਾਸ਼ਨ ਲੈ ਸਕਦੇ ਸੀ ਉਹਨਾਂ ਨੇ ਲਏ। ਹਾਂਜੀ, ਪਹਿਲਾਂ ਤਾਂ ਇਸ ਹੱਦ ਤਾਈਂ ਚੱਲ ਗਿਆ ਕਿ ਪੈਨਿਕ ਪੈ ਗਿਆ ਲੋਕਾਂ ਨੂੰ। ਹਾਂਜੀ, ਤੁਹਾਨੂੰ ਯਾਦ ਹੋਣਾ ਕਿ ਹਰਿਮੰਦਰ ਸਾਹਿਬ ਦੇ ਕੀਰਤਨੀਏ ਨੂੰ ਅੰਤਮ ਸੰਸਕਾਰ ਨਹੀਂ ਸੀ ਕਰਨ ਦਿੰਦੇ। ਹਾਂਜੀ, ਪਿੰਡ ਵਾਲੇ ਕਿ ਇਹ ਕਰੋਨੇ ਨਾਲ ਮਰ ਗਿਆ ਤੇ ਕਰੋਨਾ ਫੈਲ ਨਾ ਜਾਵੇ। ਹਾਂਜੀ, ਦੇਖੋ ਇੱਕ ਬਿਲਕੁਲ ਅਗਿਆਨਤਾ ਦੀ ਗੱਲ ਹੈ ਕਿ ਇੱਕ ਬੰਦਾ ਕਰੋਨੇ ਨਾਲ ਮਰ ਗਿਆ, ਉਹਦਾ ਦੱਸੋ ਵਾਇਰਸ ਕਿੱਦਾਂ ਫੈਲ ਜਾਊਗੀ? ਜੀ, ਉਹਨੂੰ ਤਾਂ ਫੂਕਣਾ ਹੀ ਆ। ਇਹ ਬਹੁਤ ਇਨਸੀਡੈਂਟਸ ਹੋਈਆਂ ਸੀ ਡਾਕਟਰ ਸਾਹਿਬ ਉਸ ਸਮੇਂ। ਉਹਨਾਂ ਦਿਨਾਂ ਦੇ ਵਿੱਚ ਇੰਨੇ ਡਰ ਗਏ ਸੀ ਲੋਕੀ ਵੀ ਖਰਿਆ ਕੀ ਹੋ ਜਾਣਾ ਸਾਨੂੰ। ਹਾਂਜੀ, ਦੂਜਾ ਉਸ ਤੋਂ ਬਾਅਦ ਫਿਰ ਇਹ ਸਾਇੰਟਿਸਟਾਂ ਦੀ ਦੇਣ ਆ ਕਿ ਇਹਨਾਂ ਨੇ ਵੈਕਸੀਨ ਕੱਢ ਦਿੱਤੀ। ਵੈਕਸੀਨ ਨੇ ਸਾਡੀਆਂ ਐਂਟੀਬਾਡੀਜ਼ ਬਣਾਤੀਆਂ। ਹਾਂਜੀ, ਹੁਣ ਵੀ ਪ੍ਰੀਮੀਅਰ ਨੂੰ ਕੋਵਿਡ ਹੋਇਆ ਸੀ, ਉਹਨਾਂ ਨੇ ਇਹ ਕਿਹਾ ਕਿ ਮਾਈਲਡ ਸਿੰਪਟਮਸ ਸੀ ਮੈਨੂੰ। ਹਾਂਜੀ, ਉਹ ਵੈਕਸੀਨਸ ਲੱਗੀਆਂ ਕਰਕੇ ਮਾਈਲਡ ਸਿੰਪਟਮਸ ਹੋਏ। ਜੀ, ਜਾਂ ਪਹਿਲਾਂ ਹੀ ਬਿਲਕੁਲ ਉਹਨਾਂ ਬੱਚਿਆਂ ਦੀ, ਨੌਜਵਾਨਾਂ ਦੀ, ਟੀਨੇਜਰਸ ਦੀ, ਜਿਨ੍ਹਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਸੀ,
ਉਹਨਾਂ ਨੂੰ ਹੋਇਆ ਹੋਣਾ ਇਦਾਂ ਮਾਈਲਡ ਤੇ ਨਹੀਂ ਤਾਂ ਵੈਸੇ ਕਰੋਨਾ ਦੇ ਨਾਲ ਮੌਤਾਂ ਵੀ ਬਹੁਤ ਹੋਈਆਂ। ਹਾਂਜੀ। ਸੋ ਜ਼ਿਆਦਾ ਤੌਰ ਤੇ ਚਤੰਨ ਹੋਏ ਲੋਕੀ। ਵੈਕਸੀਨ ਨੇ ਬਹੁਤ ਸਾਡੀ ਮਦਦ ਕੀਤੀ ਹੈ। ਲੋਕਾਂ ਨੇ ਲਾਈਫ ਸਟਾਈਲ ਵੀ ਆਪਣਾ ਬਿਲਕੁਲ ਚੇਂਜ ਕਰ ਲਿਆ। ਲੋਕਾਂ ਨੇ ਬਿਲਕੁਲ ਲਾਈਫ ਸਟਾਈਲ ਚੇਂਜ ਕਰ ਲਿਆ। ਡਿਸਿਪਲਿਨਡ ਹੋ ਗਏ। ਡਿਸਿਪਲਿਨਡ ਹੋ ਗਏ, ਡਰ ਗਏ। ਹਾਂਜੀ। ਸਮਝ ਲਓ ਕਿ ਡਰ ਨਾਲ ਮੌਤ ਦਾ ਡਰ ਬਹੁਤ ਵੱਡਾ ਚੀਜ਼ ਹੈ ਜੀ। ਲੋਕੀ ਤਾਂ ਬਾਹਰੋਂ ਜੇ ਕੋਈ ਮੇਲ ਵੀ ਚੱਕ ਕੇ ਲਿਆਉਂਦੇ ਸੀ ਨਾ, ਫੇਰ ਵੀ ਉਹਨੂੰ ਰੱਖ ਕੇ ਤਾਂ ਉਦੋਂ ਬਾਅਦ ਹੱਥ ਧੋ ਕੇ ਆਉਂਦੇ ਸੀ, ਜਿਨ੍ਹਾਂ ਨੇ ਕਦੇ ਹੱਥ ਧੋ ਕੇ ਦੇਖੇ ਨਹੀਂ ਹੋਣੇ। ਹਾਂਜੀ। ਕੁਝ ਲੋਕ ਹੁੰਦੇ ਨੇ ਜਿਵੇਂ ਖੱਤਿਆਂ ਦੇ ਵਿੱਚ ਕੋਈ ਕੰਮ ਕਰਨਾ ਤਾਂ ਉਦਾਂ ਹੀ ਆਪਣੇ ਕੱਛੇ ਨਾਲ ਹੱਥ ਪਹੁੰਚ ਕੇ ਤਾਂ ਰੋਟੀ ਖਾਣ ਲੱਗ ਪੈਂਦੇ ਆ। ਤੇ ਇਹਨਾਂ ਲੋਕਾਂ ਨੂੰ ਫਿਰ ਸਾਬਣ ਵਰਤਣਾ ਆ ਗਿਆ। ਸਾਬਣ ਦੇ ਨਾਲ ਚੰਗੀ ਤਰ੍ਹਾਂ ਹੱਥ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਜਿੱਥੇ ਵੜਦੇ ਸੀ ਲੋਕਾਂ ਨੇ ਰੱਖਿਆ ਆ ਸੈਨੀਟਾਈਜ਼ਰ, ਉਹ ਯੂਜ਼ ਕਰਦੇ ਆ। ਫਿਰ ਮੈਂ ਇੱਕ ਜਗ੍ਹਾ ਦੇਖਿਆ ਬਾਈ ਨੇ ਉੱਥੇ ਰਹਿੰਦੇ ਐਬਸਫੋਰਡ, ਉਹ ਮਿਲਦੇ ਗਿਲਦੇ ਰਹੇ ਵੈਸੇ ਤਾਂ, ਈਵਨ ਪੈਂਡੈਮਿਕ ਦੇ ਵਿੱਚ ਵੀ ਇਕੱਠੇ ਹੁੰਦੇ ਸੀ। 6-6 ਫੁੱਟ ਤੇ ਉਹਨਾਂ ਨੇ ਕੁਰਸੀਆਂ ਰੱਖੀਆਂ ਆ ਆਪਣੇ ਗਰਾਜ ਦੇ ਵਿੱਚ, ਮਾਸਕ ਪਹਿਨੇ, ਫੇਰ ਵੀ ਦਾਰੂ ਪੀਣੇ, ਪਰ ਬਾਕੀ ਦੇ ਸਾਰੇ ਪ੍ਰੋਟੋਕਾਲ ਪੂਰੇ ਕਰਨੇ ਉਹਨਾਂ ਨੇ। ਸੋ ਇਸ ਕਰਕੇ ਲੋਕੀ 90% ਬਚੇ ਰਹੇ। ਜੀ ਬਿਲਕੁਲ। ਡਾਕਟਰ ਸਾਹਿਬ ਟਾਈਮ ਹੋ ਗਿਆ ਜੀ ਅੱਜ ਦੇ ਵਿਚਾਰ ਦਾ। ਹੁਣ ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਵੀ ਦੱਸ ਦਿਓ। ਅੱਜ ਦਾ ਵਿਚਾਰ ਹੈ ਜੀ, ਖੁਸ਼ੀਆਂ ਵਾਲੇ ਘਰ 'ਚ ਬੈਂਗਣਾ ਦੀ ਵੇਲ ਨੂੰ ਵੀ ਖਰੂਜ ਲੱਗਦੇ। ਬਿਲਕੁਲ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਸਾਡੀ ਮੁਲਾਕਾਤ ਹੋਗੀ ਜੀ ਕੱਲ ਨੂੰ ਠੀਕ ਸਵੇਰੇ 7 ਵਜੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਾਡੇ ਸਟੂਡੀਓ ਦਾ ਨੰਬਰ ਹੈ 6045929191 6045929191। ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਫੇਸਬੁੱਕ ਪੇਜ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ, ਟਵਿੱਟਰ ਹੈ @radioindia1110 ਤੇ ਇੰਸਟਾਗ੍ਰਾਮ ਵੀ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca। ਸਾਡੇ ਸਾਰੇ ਪ੍ਰੋਗਰਾਮਸ ਤੁਸੀਂ ਧਿਆਨ ਨਾਲ ਸੁਣਿਆ ਕਰੋ ਤੇ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ, ਕਿਉਂਕਿ ਤੁਹਾਡੇ ਸੁਝਾਵਾਂ ਨਾਲ ਅਸੀਂ ਆਪਣੇ ਪ੍ਰੋਗਰਾਮਸ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਹੈਵ ਅ ਗ੍ਰੇਟ ਡੇ।